ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਅੱਜ ਦੀ ਮਾਰਨਿੰਗ ਜਿਹੜੀ ਹੈ ਉਹ ਵਧੀਆ ਚੜੀ ਹੈ, ਥੋੜੀ ਜੀ ਧੁੱਪ ਵੀ ਖਿੜ ਚੁੱਕੀ ਹੈ। 2-3 ਦਿਨ ਤੋਂ ਕਾਫੀ ਠੰਡਾ ਮੌਸਮ ਸੀਗਾ। ਸੋ ਵੈਦਰ ਰਿਪੋਰਟ ਜਿਹੜੀ ਹੈ ਉਹ ਤਾਂ ਮਿਲ ਚੁੱਕੀ ਹੈ। ਵੈਦਰ 'ਚ ਤਾਂ ਥੋੜੀ ਗਰਮੀ ਆ ਗਈ ਹੈ, ਪਰ ਸਿਆਸਤ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੀ ਦੇਖੀ ਜਾ ਰਹੀ ਹੈ। ਇਸ ਵੇਲੇ ਮਹਿਜ਼ ਹੁਣ ਤੱਕ ਗਿਣਤੀ ਦੇ ਦਿਨ ਰਹਿ ਚੁੱਕੇ ਹੋਏ ਨੇ ਵੋਟਿੰਗ ਦੇ ਵਿੱਚ। ਸੋ ਉਹਨੂੰ ਲੈ ਕੇ ਪਾਰਟੀਆਂ ਦੇ ਵੱਲੋਂ ਜਿੰਨੇ ਕੁ ਐਲਾਨ ਕੀਤੇ ਜਾ ਸਕਦੇ ਨੇ ਜਾਂ ਜੋ ਉਹਨਾਂ ਦੇ ਵੱਲੋਂ ਇਸ ਵੇਲੇ ਆ ਚੋਣ ਪ੍ਰਚਾਰ ਦੇ ਵਿੱਚ ਗੱਲਾਂ ਕਹੀਆਂ ਜਾ ਰਹੀਆਂ ਨੇ, ਉਹ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਵੀ ਸਭ ਤੋਂ ਜ਼ਿਆਦਾ ਉਹ ਵਾਲਾ ਟਾਈਮ ਹੈ ਜਿਹੜਾ ਕਿ ਕਾਊਂਟਡਾਊਨ ਜਿਹਨੂੰ ਕਹਿੰਦੇ ਨੇ ਸ਼ੁਰੂ ਹੋ ਚੁੱਕੇ ਨੇ। ਪੋਲੀਟੀਸ਼ੀਅਨਸ ਆਪਣੀ ਪੂਰੀ ਵਾਹ ਲਗਾ ਰਹੇ ਨੇ। ਜਸਟਿਨ ਟਰੂਡੋ ਆਏ ਹੋਏ ਸੀਗੇ ਵੈਨਕੂਵਰ BC ਦੇ ਵਿੱਚ, ਉਹਨਾਂ ਨੇ ਵੀ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ, ਹਾਲਾਂਕਿ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਸੋ ਕਾਫੀ ਸਾਰੇ ਇਸ ਵੇਲੇ ਅਪਡੇਟਸ ਹੈਗੇ ਨੇ। ਹੁਣ ਥੋੜੇ ਦਿਨ ਰਹਿ ਗਏ ਨੇ ਇਲੈਕਸ਼ਨਸ ਦੇ ਵਿੱਚ, ਤਾਂ ਜ਼ਾਹਿਰ ਜੀ ਗੱਲ ਹੈ ਇਹਨਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ। ਪੋਲੀਟਿਕਸ ਜਿਹੜੀ ਚੱਲ ਰਹੀ ਹੈ ਅਰਾਊਂਡ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਐਲਾਨ ਕੀਤੇ ਜਾ ਰਹੇ ਨੇ, ਕਿਹੜੀ ਪਾਰਟੀ ਕੀ ਕਰਨ ਜਾ ਰਹੀ ਹੈ, ਲੋਕਾਂ ਦੇ ਲਈ ਕਿਹੜਾ ਸੋਚ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਲਗਾਤਾਰ ਅਸੀਂ ਜਿਹੜਾ ਸ਼ੋਅ ਕਰਦੇ ਰਹਿੰਦੇ ਹਾਂ। ਸੋ ਸਪੈਸ਼ਲੀ ਇਸ ਦੌਰਾਨ ਇਮੀਗ੍ਰੇਸ਼ਨ ਦੇ ਮੁੱਦੇ ਦੇ ਵਿੱਚ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਸੀਗੀ ਵੀ ਇਥੋਪੀਆ ਦੇ ਵਿੱਚ ਕਈ ਸਟੂਡੈਂਟਸ ਜਿਹੜੇ ਨੇ ਉਹ ਬੈਠੇ ਹੋਏ ਸੀਗੇ, ਟਿਕਟਸ ਲੈ ਕੇ ਆ ਗਏ ਸੀਗੇ, ਔਰ ਉਹਨਾਂ ਦੇ ਨਾਲ ਖੱਜਲ ਖੁਆਰੀ ਕਾਫੀ ਹੋਈ। ਮਹਿਜ਼ ਆਈ ਥਿੰਕ 5-6 ਦਿਨਾਂ ਤੋਂ ਬਾਅਦ ਉਹਨਾਂ ਸਟੂਡੈਂਟਸ ਨੂੰ ਵਾਪਸ ਪਰਤਣਾ ਪਿਆ, ਕੈਂਸਲੇਸ਼ਨ ਉਹਨਾਂ ਦੀ ਆ ਗਈ। ਹੁਣ ਉਹ ਸਟੂਡੈਂਟਸ ਵਾਪਸ ਤਾਂ ਚਲੇ ਗਏ ਨੇ ਇੰਡੀਆ ਦੇ ਵਿੱਚ, ਪਰ ਉਹਨਾਂ ਨੂੰ ਜਿਹੜੀ ਖੱਜਲ ਖੁਆਰੀ ਆਈ ਉਹਦਾ ਰੀਜ਼ਨ ਕੀ ਹੈ, ਉਹਨਾਂ ਦੀ ਬਾਂਹ ਕਿਹਨੇ ਫੜਨੀ ਸੀ, ਇੰਡੀਅਨ ਗਵਰਨਮੈਂਟ ਨੇ ਉਹ 'ਚ ਕੀ ਰੋਲ ਸੀਗਾ, ਉਹਨਾਂ ਨੇ ਕੀ ਕਰਨਾ ਸੀ, ਕੈਨੇਡੀਅਨ ਗਵਰਨਮੈਂਟ ਨੇ ਉਹਦੇ ਵਿੱਚ ਕੀ ਕਰਨਾ ਸੀ, ਇਸ 'ਤੇ ਵੀ ਅਸੀਂ ਜਿਹੜੀ ਗੱਲਬਾਤ ਕਰਾਂਗੇ। ਔਰ ਜਿਹੜੇ ਕਾਲਰਸ ਨੇ ਜਿਹੜੇ ਸੰਬੰਧੀ ਗੱਲ ਕਰਨਾ ਚਾਹੁੰਦੇ ਨੇ ਉਹ ਕਾਲ ਵੀ ਸਾਨੂੰ ਕਰ ਸਕਦੇ ਨੇ, ਨਾਲ ਦੀ ਨਾਲ ਕਾਲ ਪਿਕ ਕਰਾਂਗੇ, ਇਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਲਿਬਰਲ ਪਾਰਟੀ ਦੇ ਵੱਲੋਂ ਰਣਦੀਪ ਸਰਾਏ ਜੀ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ। ਰਣਦੀਪ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਗੁੱਡ ਮਾਰਨਿੰਗ ਸ਼ਰੀ, ਔਰ ਗੁੱਡ ਮਾਰਨਿੰਗ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਰਣਦੀਪ ਜੀ, ਸਵੇਰੇ ਸਵੇਰੇ ਤੁਹਾਨੂੰ ਅਸੀਂ ਸੱਦਦੇ ਹਾਂ ਜਦੋਂ ਸ਼ੋਅ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਕਾਫੀ ਐਕਟਿਵ ਹੋਏ ਪਏ ਹੋ, ਔਰ ਚੋਣ ਪ੍ਰਚਾਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿਵੇਂ ਚੱਲ ਰਿਹਾ, ਸਪੈਸ਼ਲੀ ਤੁਹਾਡੀ ਆਪਣੀ ਰਾਈਡਿੰਗ ਦਾ ਚੋਣ ਪ੍ਰਚਾਰ ਕਿੱਦਾਂ ਚੱਲ ਰਿਹਾ? ਬਹੁਤ ਵਧੀਆ ਚੱਲ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣੀ ਸਾਡੇ ਲਿਬਰਲ ਲੀਡਰ ਇਸ ਵਾਰੀ ਫੇਰ 2015, 2019 ਔਰ ਇਸ ਵੇਲੇ 2021 ਦੇ ਵਿੱਚ ਰਾਈਡਿੰਗ ਦੇ ਵਿੱਚ ਆਏ, ਰੈਲੀ ਕੀਤੀ ਉਹਨੀ ਕੋਵਿਡ ਸੇਫ ਰਾਈਡਿੰਗਸ ਰੈਲੀ ਸੀਗੀ, ਜਿਹਦੇ ਵਿੱਚ ਲੋਕ ਆਪਣੇ ਬਬਲਾਂ ਦੇ ਵਿੱਚ ਰਹੇ ਆ, ਔਰ ਉਹ ਰੈਲੀ ਕੀਤੀ। ਬੜਾ ਲੋਕਾਂ ਨੇ ਉਤਸ਼ਾਹ ਦੇ ਨਾਲ ਆਏ ਆ ਅਤੇ ਪ੍ਰਾਈਮ ਮਿਨਿਸਟਰ ਨੇ ਬੜੇ ਖੁਸ਼ੀ ਦੇ ਨਾਲ ਮਾਹੌਲ ਦੇਖਿਆ, ਔਰ ਆਈ ਥਿੰਕ ਵਾਈਬ੍ਰੇਸ਼ਨ ਬਹੁਤ ਵਧੀਆ ਹੈਗੀ ਆ, ਔਰ ਰਾਈਡਿੰਗਾਂ ਦਾ ਮਾਹੌਲ ਬਹੁਤ ਚੰਗਾ, ਡੋਰਾਂ ਦੀ ਰਿਸਪੌਂਸ ਬਹੁਤ ਚੰਗੀ ਆ, ਲੋਕ ਪਾਲਿਸੀਆਂ 'ਤੇ ਖੁਸ਼ ਆ, ਲੋਕ ਵੋਲੰਟੀਅਰ ਕਰਨ ਲਈ ਬੜਾ ਉਤਸ਼ਾਹ ਕਰ ਰਿਹਾ। ਸੋ ਕਾਫੀ ਵਧੀਆ ਮਾਹੌਲ ਆ ਜੀ। ਸੋ ਪਾਲਿਸੀਜ਼ ਤੇ ਲੋਕ ਬੇਸ਼ੱਕ ਖੁਸ਼ ਨੇ, ਪਰ ਇੰਨੀ ਥਾਈਂ ਪ੍ਰੋਟੈਸਟ ਜਿਹੜੇ ਹੋ ਰਹੇ ਨੇ ਉਹਦਾ ਕੀ ਰੀਜ਼ਨ ਮੰਨਿਆ ਜਾਏ? ਦੇਖੋ ਹੁਣ ਕੀ ਐਕਚੁਅਲੀ ਦੇਖੋ ਉਹਨਾਂ ਦੇ ਪ੍ਰਾਈਮ ਮਿਨਿਸਟਰ ਟ੍ਰਿਪ 'ਤੇ ਛੋਟਾ ਇੱਕ ਇੰਡੀਵਿਜੂਅਲ ਵਿਅਕਤੀ ਦਾ ਕੋਈ ਮੈਸ ਪ੍ਰੋਟੈਸਟ ਨਹੀਂ ਹੋਏ, ਪਰ ਆਈ ਥਿੰਕ ਕੋਈ ਕਹਿ ਲਓ ਪੈਂਡੈਮਿਕ ਐਂਗਰ ਹੈਗੀ ਆ ਲੋਕਾਂ ਦੇ ਵਿੱਚ, ਜਾਂ ਕਈ ਜਿਹੜੇ ਬਹੁਤ ਹਾਰਡ ਰਾਈਟ ਆ ਉਹਨਾਂ ਦੇ ਆਪ ਦੇ ਕੋਈ ਮਸਲੇ ਆ ਜਿਹੜੇ ਕਰਕੇ ਉਹ ਜਾ ਕੇ ਪ੍ਰੋਟੈਸਟ ਕਰਦੇ, ਔਰ ਬੜੇ ਗਲਤ ਥਾਵਾਂ 'ਤੇ ਕਰ ਰਹੇ, ਜਿਵੇਂ ਹਸਪਤਾਲਾਂ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰਨਾ। ਉੱਥੇ ਕੀਮੋਥੈਰੇਪੀ ਵਾਲੇ ਕੈਂਸਰ ਪੇਸ਼ੈਂਟ ਆ ਜਿਹੜੇ ਦੇ ਇਮਿਊਨ ਸਿਸਟਮ ਵੀਕ ਹੋਏ ਹੁੰਦੇ ਆ, ਔਰ ਉਹ ਜਾ ਵੀ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਾ ਰਿਹਾ ਜਿਹੜੇ ਕਿ ਅਨਵੈਕਸੀਨੇਟਡ ਕਹਿ ਰਹੇ ਕਿ ਅਸੀਂ ਅਨਵੈਕਸੀਨੇਟ ਨਾ ਅਸੀਂ ਵੈਕਸੀਨ ਲਾਉਣੀ ਆ। ਸੋ ਉਹਦੇ ਵਿੱਚ ਬਹੁਤ ਖਤਰਾ ਉਹਨਾਂ ਨੂੰ। ਇਸੇ ਤਰ੍ਹਾਂ ਐਂਬੂਲੈਂਸਾਂ ਨੂੰ ਵੀ ਖਤਰਾ ਲੰਘਣਾ ਉਹਨਾਂ ਦੇ ਵਿੱਚ ਦੀ ਰੁਕਾਵਟ ਕਰ ਰਿਹਾ। ਅਸੀਂ ਐਕਚੁਅਲੀ ਅਨਾਊਂਸ ਕੀਤਾ ਕਿ ਜੇ ਇਹ ਅਸੀਂ ਇਲੈਕਟ ਦੁਆਰਾ ਹੋਏ, ਅਸੀਂ ਜਦੋਂ ਇਲੈਕਟ ਹੋਵਾਂਗੇ ਉਸੇ ਵੇਲੇ ਅਸੀਂ ਇਨੈਕਟ ਕਰਾਂਗੇ ਕਿ ਜਿਹੜਾ ਵੀ ਕੋਈ ਪ੍ਰੋਟੈਸਟ ਜਾਂ ਮੁਜ਼ਾਹਰਾ ਜਾਂ ਰੁਕਾਵਟ ਕਰਦਾ ਹਸਪਤਾਲ ਦੇ ਰਾਹ ਦੇ ਵਿੱਚ, ਉਹਨੂੰ ਸਜ਼ਾ ਹੋਊਗੀ ਔਰ ਉਹ ਕ੍ਰਿਮੀਨਲ ਅਫੈਂਸ ਬਣੂਗਾ। ਸੋ ਕਿਉਂਕਿ ਅਸੀਂ ਦੇਖਿਆ ਕਿ ਇਹ ਲਾਸਟ ਫਿਊ ਦਿਨਾਂ ਦੇ ਵਿੱਚ ਹਫ਼ਤਿਆਂ 'ਚ ਜਿਹੜੇ ਪ੍ਰੋਟੈਸਟ ਹੋਏ, ਜਿਹਨੀ ਬੰਦ ਰੋਕ ਕੀਤੀ ਆ ਹਸਪਤਾਲ ਨੂੰ ਇਨ ਐਂਡ ਆਊਟ ਆਉਣ ਨੂੰ, ਜਾਂ ਜਿਹੜੇ ਪੇਸ਼ੈਂਟਾਂ ਨੂੰ ਆਉਣ ਵਾਸਤੇ ਡਿਸਰਪਟ ਕੀਤੀ ਹੈ, ਉਹ ਬਹੁਤ ਗਲਤ ਹੈ। ਪ੍ਰੋਟੈਸਟ ਕਰਨਾ ਆਪਣੇ ਥਾਂ ਕਰੋ, ਪ੍ਰੋਟੈਸਟ ਤੇ ਬਹੁਤ ਵਧੀਆ ਥਾਂ ਹੈਗੇ, ਪਰ ਸਰਟਨ ਚੀਜ਼ਾਂ ਜਿਹਦੇ ਸਾਡੀ ਸੇਫਟੀ ਐਟ ਰਿਸਕ ਹੁੰਦੀ ਉਹ ਬਹੁਤ ਗਲਤ ਹੈ। ਸੋ ਕਾਫੀ ਰਿਸਕੀ ਸੀਗਾ ਅਜਿਹੇ ਮਾਹੌਲ ਦੇ ਵਿੱਚ ਜਸਟਿਨ ਟਰੂਡੋ ਦਾ ਵੀ ਆ ਕੇ ਚੋਣ ਪ੍ਰਚਾਰ ਕਰਨਾ। ਰਣਦੀਪ ਜੀ, ਉਹਦੇ ਲਈ ਪਹਿਲਾਂ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਸੀ ਵੀ ਜਦੋਂ ਇੱਥੇ ਆਣਗੇ, ਬੇਸ਼ੱਕ ਇਲੈਕਸ਼ਨ ਦਾ ਸਮਾਂ ਹੈ, ਉਹਨਾਂ ਨੇ ਆਪਣੀ ਰਾਈਡਿੰਗਸ ਜਿਹੜੇ ਇੱਥੇ ਦੇ ਜਿਹੜੇ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਵਾਸਤੇ ਚੋਣ ਪ੍ਰਚਾਰ ਕਰਨਾ ਸੀਗਾ, ਉਹਨਾਂ ਨੂੰ ਸਮਰਥਨ ਦੇਣਾ ਸੀਗਾ, ਤੇ ਉਸ ਦੇ ਬਾਵਜੂਦ ਜਦੋਂ ਆਏ ਤਾਂ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਸ਼ੁਰੂ ਹੋ ਗਿਆ ਸੀ। ਵੈਨਕੂਵਰ ਦੇ ਵਿੱਚ ਦੇਖਿਆ, ਜਿਵੇਂ ਕਿ ਤੁਸੀਂ ਇੰਡੀਵਿਜੂਅਲ ਇੱਕ ਪਰਸਨ ਦੀ ਗੱਲ ਕੀਤੀ ਹੈ, ਉਲਝਦੇ ਨਜ਼ਰ ਆਏ ਪ੍ਰਧਾਨ ਮੰਤਰੀ ਟਰੂਡੋ। ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਕੋਈ ਮਾਫੀ ਨਹੀਂ ਮੰਗਣੀ, ਕਿਉਂਕਿ ਉਹਨਾਂ ਦੀ ਫੈਮਿਲੀ ਦੇ ਉੱਤੇ ਉਹ ਕਾਫੀ ਜ਼ਿਆਦਾ ਕਟਾਕਸ਼ ਜਿਹੜੇ ਵਾਰ ਕਰਦੇ ਪਏ ਸੀਗੇ ਉਹ ਸ਼ਖਸ। ਸੋ ਅਜਿਹੇ ਮਾਹੌਲ ਦੇ ਵਿੱਚ ਮੁਸ਼ਕਿਲ ਜੀ ਸਿਚੁਏਸ਼ਨ ਨਹੀਂ ਬਣ ਗਈ? ਨਹੀਂ, ਇਹ ਦੇਖੋ ਨਾਰਮਲ ਹੈ, ਹਰ ਇੱਕ ਇਲੈਕਸ਼ਨ ਦੇ ਵਿੱਚ ਲੀਡਰਾਂ ਨੂੰ ਹੁੰਦੇ ਰਹਿੰਦੇ ਆ
ਜੌਨ ਕ੍ਰੈਚੀਅਨ ਨੂੰ ਵੀ ਬਹੁਤ ਸਾਲ ਪਹਿਲਾਂ ਉਹਨੂੰ ਅਟੈਕ ਕੀਤਾ ਸੀਗਾ ਜਦੋਂ ਹੋਰ ਸੀਗਾ, ਉਹ ਫੇਰ ਵੀ ਜਿੱਤੇ ਆ ਔਰ ਉਹ ਕਾਫੀ ਮਸ਼ਹੂਰ ਉਸ ਗੱਲ ਦੇ ਉੱਤੇ ਹੋਏ ਸੀਗੇ ਜਿੱਦਾਂ ਉਹਨੇ ਰਿਐਕਟ ਕੀਤਾ। ਇਹ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਆਉਂਦੀਆਂ। ਅਨਫੋਰਚੂਨਟਲੀ ਸਰਟਨ ਸੈਗਮੈਂਟ ਸਾਡੇ ਪਾਪੂਲੇਸ਼ਨ ਦੇ ਹੈਗੇ ਆ ਜਿਹੜੇ ਕਿ ਨਹੀਂ ਉਹਨਾਂ ਨੂੰ ਪਤਾ ਬਿਹੇਵੀਅਰ ਕਿੱਦਾਂ ਕਰਨਾ ਸਿਵਲਾਈਜ਼ ਤਰੀਕੇ ਦੇ ਨਾਲ। ਪ੍ਰੋਟੈਸਟ ਕਰੋ, ਤੁਹਾਡਾ ਕੋਈ ਰੋਸ ਹੈਗਾ ਉਹਨੂੰ ਜ਼ਾਹਰ ਕਰੋ, ਪਰ ਗਲਤ ਸ਼ਬਦਾਵਲੀ, ਲੋਕਾਂ ਦੇ ਪਰਸਨਲ ਅਟੈਕ ਇਸ ਤਰ੍ਹਾਂ ਦੇ ਕਰਨੇ ਜਾਂ ਫਿਜ਼ੀਕਲ ਅਟੈਕ। ਸਾਡਾ ਇੱਕ MP ਔਰ ਕੈਂਡੀਡੇਟ ਮਾਰਕ ਸੈਰੇ, ਉਹਨੂੰ ਕੁਬੈਕ ਦੇ ਨਿਊ ਬ੍ਰੰਸਵਿਕ ਕੱਲ੍ਹ ਉੱਧਰ ਅਟੈਕ ਕੀਤਾ ਗਿਆ। ਉਹਦੇ ਈਵਨ ਫਿਲਮ ਦੇ ਉੱਤੇ ਆ ਉਹ ਫੀਮੇਲ ਨੇ ਉਹਦੇ ਆਫਿਸ ਜਾ ਕੇ ਅਟੈਕ ਕੀਤਾ। ਕਈਆਂ ਦੇ ਇਸੇ ਤਰ੍ਹਾਂ ਸਾਈਨ ਅਟੈਕ ਕੀਤੇ। ਇਹ ਗਲਤ ਆ, ਇਹਨਾਂ ਦੇ ਵਿੱਚ ਕੋਈ ਰੂਮ ਨਹੀਂ ਹੈਗਾ। ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਉਹ ਕਰੋ, ਉਹ ਕਿਸੇ ਨੂੰ ਫਿਜ਼ੀਕਲੀ ਅਟੈਕ ਕਰਨਾ, ਕਿਸੇ ਨੂੰ ਇਦਾਂ ਦੀ ਸ਼ਬਦਾਵਲੀ ਵਰਤਣੀ, ਉਹ ਬਹੁਤ ਗਲਤ ਆ ਔਰ ਉਹ ਕੰਟਰੋਲ ਹੋਣੀ ਚਾਹੀਦੀ। ਬੇਸ਼ੱਕ ਇਹ ਹਰ ਵਾਰੀ ਹੁੰਦਾ ਹੈ ਰਣਦੀਪ ਜੀ, ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਵਿਰੋਧ ਦਾ ਸਾਹਮਣਾ ਤਾਂ ਕਿਸੇ ਹਰ ਪਾਰਟੀ ਨੂੰ ਕਰਨਾ ਹੀ ਪੈਂਦਾ ਹੈ। ਜਦੋਂ ਇਲੈਕਸ਼ਨ ਕਾਲ ਕੀਤੀ ਗਈ ਸੀ ਉਦੋਂ ਖੈਰ ਇਹ ਸੋਚ ਕੇ ਨਹੀਂ ਕੀਤੀ ਗਈ ਸੀ ਵੀ ਇਦਾਂ ਦਾ ਮਾਹੌਲ ਬਣ ਸਕਦਾ ਹੈ, ਕਿਉਂਕਿ ਲੱਗਦਾ ਸੀਗਾ ਵੀ ਕੋਵਿਡ ਸਿਚੁਏਸ਼ਨ ਦੇ ਉੱਤੇ ਤੁਹਾਡੀ ਪਾਰਟੀ ਨੇ ਚੰਗਾ ਖਾਸਾ ਕੰਮ ਕੀਤਾ ਹੈ ਤੇ ਉਹਦੇ ਵਿੱਚ ਲੋਕ ਉਹਨਾਂ ਨੂੰ ਫਤਵਾ ਵੀ ਦੇਣਗੇ ਤੇ ਲੋਕ ਸਰਾਹਣਗੇ। ਪਰ ਕੰਮ ਲੱਗਦਾ ਨਹੀਂ ਵੀ ਇਹਦੇ ਉਲਟ ਹੋ ਗਿਆ। ਲੋਕਾਂ 'ਚ ਜਿਹੜਾ ਐਂਗਰ ਸੀਗਾ ਉਹ ਸਾਰਾ ਬਾਹਰ ਆ ਗਿਆ। ਜੋ ਸੋਚ ਕੇ ਇਲੈਕਸ਼ਨ ਕਾਲ ਕੀਤੀ ਗਈ ਸੀ ਉਹ ਕਿਤੇ ਨਾ ਕਿਤੇ ਧੁੰਦਲਾ ਪੈਂਦਾ ਦਿਖਾਈ ਦੇ ਰਿਹਾ। ਦੇਖੋ 90% ਨੇ ਗਵਰਨਮੈਂਟ ਦਾ ਕਹਿਣਾ ਮੰਨਿਆ, 89% ਮਸਰੀ ਦਾ ਗੱਲ ਕਹਿ ਸਕਦਾ ਕਿ ਵੈਕਸੀਨੇਟ ਕਰਵਾਈ ਆ। ਜਿਹੜੇ ਉਹਨਾਂ 10-11% ਹੈ ਉਹਨਾਂ 'ਚੋਂ 5% ਹੈਗੇ ਆ ਜਿਹੜੇ ਲੋਕ ਹਜੇ ਥੋੜ੍ਹੇ ਚੀਜ਼ਾਂ ਰੂਮਰਾਂ ਕਰਕੇ ਜਾਂ ਉਹਨਾਂ ਦੀ ਆਪ ਦੀ ਫੀਅਰ ਕਰਕੇ ਉਹ ਅਜੇ ਵੈਕਸੀਨ ਨਹੀਂ ਕਰ ਰਹੇ। ਪਰ 5-6% ਹੈਗੇ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹੈਗੇ ਆ। ਸੋ ਤੁਸੀਂ ਕਦੇ ਵੀ ਐਜ਼ ਏ ਸੋਸਾਇਟੀ 100% ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ, 100% ਸੈਟਿਸਫਾਈ ਨਹੀਂ ਕਰ ਸਕਦੇ। ਜਿੰਨਾ ਮਰਜ਼ੀ ਇਹਦੇ ਵਿੱਚ ਇਕੱਲਾ ਇਹ ਜਿਹੜਾ ਮਸਲਾ ਇਹਦੇ ਵਿੱਚ ਇਕੱਲਾ ਸਿਆਸਤਦਾਨਾਂ ਨੇ ਨਹੀਂ ਕੀਤਾ, ਡਾਕਟਰਾਂ ਨੇ ਵੀ ਜਿਹੜੇ ਕਿ ਜਿਹਨੀ 8-8 10-10 ਸਾਲ ਆਪਣੀ ਪੜ੍ਹਾਈ ਦੇ ਉੱਤੇ ਲਾਏ ਆ, ਉਹਨੇ ਵੀ ਕਨਵਿੰਸ ਕਰਕੇ ਜ਼ੋਰ ਲਾਤਾ। ਉਹ ਨਹੀਂ ਉਹ ਵਿਅਕਤੀ ਮੰਨਦੇ, ਉਹਨਾਂ ਨੂੰ ਕੀ ਅਸੀਂ ਕਹਿ ਸਕਦੇ। ਸੋ ਉਹ ਮਾਹੌਲ ਜਿਹੜਾ 5-6% ਦਾ ਉਹ ਹਮੇਸ਼ਾ ਆਉਂਦੇ ਰਹਿੰਦੇ ਆ। ਉਹਨਾਂ ਨੂੰ ਕੋਈ ਨਾ ਕੋਈ ਮਸਲਾ ਚਾਹੀਦਾ, ਕੋਈ ਨਾ ਕੋਈ ਉਹਨਾਂ ਨੂੰ ਐਂਗਰ ਚਾਹੀਦੀ ਆ, ਕੋਈ ਨਾ ਕੋਈ ਫੀਅਰ ਟੈਕਟਿਕ ਚਾਹੀਦੀ ਆ, ਉਹ ਉਸ ਗੱਲ ਨੂੰ ਪ੍ਰਗਟ ਕਰ ਰਿਹਾ ਜੀ। ਰਣਦੀਪ ਜੀ, ਸੈਕਟਰ ਤਾਂ ਤੁਸੀਂ ਹਰ ਛੂਇਆ, ਹਰ ਸੈਕਟਰ ਲਈ ਅਨਾਉਂਸਮੈਂਟ ਤੁਹਾਡੀ ਪਾਰਟੀ ਨੇ ਕੀਤੀਆਂ ਹੀ ਹੈਗੀਆਂ ਨੇ, ਚਾਹੇ ਉਹ ਚਾਈਲਡ ਕੇਅਰ ਦੀ ਗੱਲ ਹੋਵੇ, ਚਾਹੇ ਕੋਵਿਡ ਬੈਨੀਫਿਟ ਦੀ ਗੱਲ ਹੋਵੇ, ਚਾਹੇ ਉਹ ਕਲਾਈਮੇਟ ਚੇਂਜ ਦੀ ਗੱਲ ਹੋਵੇ ਜਾਂ ਫਿਰ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਹਰ ਸੈਕਟਰ ਨੂੰ ਤੁਸੀਂ ਛੂਇਆ। ਘਰਾਂ ਦੀਆਂ ਕੀਮਤਾਂ ਦਾ ਵੱਡਾ ਮੁੱਦਾ ਸੀਗਾ, ਉਹਦੇ ਉੱਤੇ ਵੀ ਤੁਸੀਂ ਵੱਡੀਆਂ ਅਨਾਉਂਸਮੈਂਟ ਕੀਤੀਆਂ। ਉਸ ਦੇ ਬਾਵਜੂਦ ਲੋਕ ਹਜੇ ਉਹਨਾਂ ਗੱਲਾਂ ਦੇ ਵਿੱਚ ਆ ਨਹੀਂ ਰਹੇ, ਲੋਕ ਇੱਕ ਕਨਫਿਊਜ਼ਨ ਦੇ ਵਿੱਚ ਹੈਗੇ ਨੇ। ਇਹ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਦੇ ਮਾਈਂਡ ਤੇ ਤੁਹਾਡੀ ਪਾਰਟੀ ਨੂੰ ਲੈ ਕੇ ਕਲਿੱਕ ਨਹੀਂ ਕਰ ਪਾ ਰਹੀ? I think ਕਲਿੱਕ ਕਰ ਰਿਹਾ ਜਦੋਂ ਅਸੀਂ ਡੋਰਾਂ ਤੇ ਜਾਂਦੇ ਹਾਂ। ਜਿਹੜਾ ਐਕਚੁਅਲ ਰਿਸਪੌਂਸ ਹੈ ਵੈਰੀ ਪੋਜ਼ਿਟਿਵ ਹੈਗਾ। ਰਿਸਪੌਂਸ ਆਈ ਥਿੰਕ ਆਲਮੋਸਟ, ਕਿਉਂਕਿ ਅਸੀਂ ਹਰ ਪੱਖ ਤੋਂ ਅਸੀਂ ਮਦਦ ਕਰਦੇ ਰਹੇ। ਕਈ ਵਾਰੀ ਇਹ ਚੀਜ਼ ਹੋ ਜਾਂਦੀ ਕਿ ਇੱਕ ਵਨ ਫਿਗਰ ਜਾਂ ਕੋਈ ਚੀਜ਼ ਨਹੀਂ, ਕਿਉਂਕਿ ਅਸੀਂ ਦੇਖੋ ਕੈਨੇਡਾ ਚਾਈਲਡ ਬੈਨੀਫਿਟ ਦਿੱਤਾ ਜਿਹਦੇ ਨਾਲ 1.3 ਮਿਲੀਅਨ ਲੋਕ ਪਾਵਰਟੀ ਚੋਂ ਨਿਕਲੇ ਆ, ਰਾਈਟ। ਅੱਜ ਆਪਾਂ ਦੇਖ ਰਹੇ ਈਵਨ ਵੇਜਸ ਵੀ ਫਾਈਨਲੀ ਰਾਈਜ਼ ਹੋ ਰਹੀਆਂ। ਐਮਾਜ਼ੋਨ ਵਰਗੀਆਂ ਕੰਪਨੀਆਂ ਆਪਣੇ ਆਪ ਕਹਿ ਰਹੀਆਂ ਕਿ ਅਸੀਂ 5000 ਹੋਰ ਜੌਬਸ ਵੈਨਕੂਵਰ ਦੇ ਵਿੱਚ ਲਿਆਵਾਂਗੇ ਤੇ ਉਹ 5000 ਜੌਬਸ $21 ਤੋਂ ਸਟਾਰਟ ਹੋਣਗੀਆਂ। ਥੀਸ ਆਰ ਅਨਹਰਡ ਆਫ। ਇਹ ਮਿਡਲ ਕਲਾਸ ਨੂੰ ਵਧਾਉਣ ਲਈ ਸਾਨੂੰ ਇਹ ਸਪੋਰਟ ਚਾਹੀਦੀ ਹੈ, ਜਿੰਨਾ ਵੇਜਸ ਅਪ ਹੋਣ, ਹੈ ਨਾ, ਤੇ ਲੋਕ ਆਪਣੀ ਥੋੜਾ ਸਖਾਲਾ ਫੀਲ ਹੋਣ। ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਪਹਿਲਾਂ ਉਹਦਾ ਵਰਜ਼ਨ ਸੀਗਾ ਉਹ ਟੈਕਸੇਬਲ ਸੀਗਾ, ਇਹ ਹੁਣ ਅਨਟੈਕਸੇਬਲ ਹੈ, ਤੁਹਾਨੂੰ ਨੈਟੋ ਪੈਸੇ ਮਿਲਦੇ ਆ। ਜਿੱਥੇ ਆਪਾਂ ਕੋਵਿਡ ਦੀ ਗੱਲ ਕਰਦੇ ਆ, ਅਸੀਂ ਜਿੱਥੇ ਰੁਕਾਵਟ ਆਈ ਸੀਗੀ 1-2 ਹਫ਼ਤਿਆਂ ਦੀ, ਅਸੀਂ ਉਹਨੂੰ ਪੂਰਾ ਮੇਕਅਪ ਕਰਕੇ ਬੈਸਟ ਕੋਵਿਡ ਰੈਕਡ ਵਰਲਡ ਦੇ ਵਿੱਚ ਕਰਕੇ ਦਿੱਤਾ। ਸੋ ਉਸ ਪੱਖੋਂ ਬੜੀ ਹੈਲਪ ਕੀਤੀ। ਜਿੱਥੇ ਕਲਾਈਮੇਟ ਐਕਸ਼ਨ ਆ, ਈਵਨ ਗ੍ਰੀਨ ਪਾਰਟੀ ਦੇ ਜਿਹੜੇ ਉਮੀਦਵਾਰ ਤੇ ਪਾਰਟੀ ਪ੍ਰੈਜ਼ੀਡੈਂਟ ਤੇ ਕੈਂਡੀਡੇਟ ਈਵਨ ਐਨ MP ਸਾਡੇ ਹੱਕ ਦੇ ਵਿੱਚ ਆ ਗਿਆ। ਜੈਨਿਕ ਐਟਵਨ ਸਾਡੇ ਪਾਰਟੀ ਸਵਿਚ ਕਰਤੀ। BC ਦੇ ਪਾਰਟੀ ਲੀਡਰ ਐਂਡਰੂ ਵੀਵਰ ਜਿਹੜੇ ਕਿ ਪ੍ਰੈਜ਼ੀਡੈਂਟ ਸੀ ਔਰ ਪਹਿਲੇ ਇਲੈਕਟਡ ਗ੍ਰੀਨ ਪਾਰਟੀ ਲੀਡਰ ਆ ਪ੍ਰੋਵਿੰਸ ਪਾਰਟੀ, ਉਹਨੇ ਕਿਹਾ ਕਿ ਜਿਹੜੀ ਪਲਾਨ ਆ ਵੈਰੀ ਥੋਰੋ, ਵੈਰੀ ਵੈਲ ਥਾਟ ਆਊਟ, ਦ ਮੋਸਟ ਅਗਰੈਸਿਵ ਔਰ ਐਂਡ ਇਟ ਵਰਕਸ। ਉਹਨੇ ਸਾਰੀਆਂ ਗੱਲਾਂ 'ਚ ਕਹੀ। ਜਿੱਥੇ ਲੋਕਾਂ ਨੇ ਉਹਨਾਂ ਦਾ ਕਿੰਤੂ ਵੀ ਕੀਤਾ ਵੀ ਹਜੇ ਗ੍ਰੀਨ ਹਾਊਸ ਐਮਿਸ਼ਨ ਥੋੜ੍ਹਾ ਘੱਟ ਕਿਉਂ ਨਹੀਂ ਉਹਨੇ ਹੋਏ, ਉਹਨੇ ਉਹ ਵੀ ਦੱਸਿਆ ਕਿ ਕਿਉਂਕਿ ਅਲਬਰਟਾ ਨੇ ਤਾਂ ਸਸਕੈਚੁਅਨ ਨੇ ਕੋਟਾਂ ਦੇ ਵਿੱਚ ਉਹ ਚੈਲੰਜ ਕੀਤੀ ਆ, ਉਹ ਕੋਟਾਂ 'ਚ ਹੁਣ ਹੀ ਜਿੱਤ ਕੇ ਆਏ ਆ। ਸੋ ਇਹ ਚੀਜ਼ਾਂ ਜਦੋਂ ਸਾਰੇ ਹੋ ਜਾਂਦੇ, ਸ਼ਾਇਦ ਇਹ ਹੋਊਗਾ ਕੋਈ ਵਨ ਇਸ਼ੂ ਸਟੈਂਡ ਆਊਟ ਨਹੀਂ ਕਰਦਾ। ਜਿੱਥੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ, ਜਿੱਥੇ ਅੱਗੇ 2.5 ਲੱਖ ਹੁੰਦਾ ਸੀ, ਹੁਣ ਅਸੀਂ 4 ਲੱਖ ਵਿਅਕਤੀ PR ਕਰ ਰਹੇ ਹਾਂ, ਅਸੀਂ ਉਹਨਾਂ ਦੀ ਮਦਦ ਕਰ ਰਹੇ। ਸੋ ਆਈ ਥਿੰਕ ਓਵਰਆਲ ਜਿੱਦਣ ਬੈਲਟ ਬਾਕਸ ਦੇ ਵਿੱਚ ਤੁਸੀਂ ਪਾਉਣਾ, ਤੁਸੀਂ ਦੇਖੋਗੇ ਕਿ ਲੋਕਾਂ ਨੇ ਐਕਚੁਅਲੀ ਲਿਬਰਲ ਨੂੰ ਵੋਟ ਪਾਉਣੀ ਆ। ਉਹ ਇੰਨੇ ਅਲਾਉਡ ਨਹੀਂ ਹੈਗੇ ਜਿਹੜੇ ਉਹ ਵਿਅਕਤੀ, ਪਰ ਉਹਨੀ ਬੈਲਟ ਬਾਕਸ ਦੇ ਵਿੱਚ ਉਹ ਡਿਸੀਜਨ ਪਾ ਕੇ ਫਤਵਾ ਜ਼ਰੂਰ ਦੇਣਗੇ। ਜੀ। ਸੋ ਐਡਵਾਂਸ ਪੋਲਿੰਗ ਦਾ ਰੁਝਾਨ ਕਿਵੇਂ ਰਿਹਾ?
ਜਿੰਨਾ ਤੁਸੀਂ ਸੋਚਿਆ ਸੀਗਾ ਉਸ ਤਰੀਕੇ ਨਾਲ ਹੋਈ ਐਡਵਾਂਸ ਪੋਲਿੰਗ? ਹਾਂਜੀ, ਐਕਚੁਅਲੀ ਬੈਟਰ ਦੈਨ ਹੋਈ ਆ। ਐਡਵਾਂਸ ਪੋਲ ਬਹੁਤ ਹਾਈ ਹੋਈ ਆ, 18-19% ਵੱਧ ਹੋਈ। ਸਾਡੇ 2019 ਦੇ ਵਿੱਚ ਤਕਰੀਬਨ 11,000 ਵੋਟ ਪਈ ਸੀ, ਐਤਕੀ ਸਾਡਾ 13,000 ਹੋਈ। ਸੋ 2015 ਐਨ 11 ਨਾਲੋਂ ਵੱਧ ਵੋਟਾਂ ਪਈਆਂ, ਤਕਰੀਬਨ 18-20% ਵੱਧ ਪਈਆਂ। ਇਹ ਸ਼ੋਅ ਕਰਦਾ ਕਿ ਲੋਕ ਉਤਸ਼ਾਹ ਆ, ਪਰ ਆਲਸੋ ਕੋਵਿਡ ਕਰਕੇ ਥੋੜ੍ਹਾ ਖਿਆਲ ਦੇ ਨਾਲ ਪਹਿਲਾਂ ਪਾ ਰਿਹਾ ਕਾਫੀ। ਅਸੀਂ ਵੀ ਲੋਕਾਂ ਨੂੰ ਬਹੁਤ ਇਨਕਰੇਜ ਕੀਤਾ ਕਿ ਤੁਸੀਂ ਪਹਿਲਾਂ ਜਾ ਕੇ ਆਪਣੀਆਂ ਵੋਟਾਂ ਜ਼ਰੂਰ ਪਾ ਕੇ ਆਓ। ਉਹਨਾਂ ਨੇ ਵੀ ਉਸੇ ਤਰ੍ਹਾਂ ਕਾਫੀ ਕੀਤਾ। ਔਰ ਖਾਸ ਕਰਕੇ ਸੈਟਰਡੇ ਸੰਡੇ ਜਿਹੜਾ ਸੰਡੇ ਮੰਡੇ ਜਿਹੜਾ ਇਹ ਦੋ ਦਿਨਾਂ 'ਚ ਰੈਕਡ ਅਮਾਊਂਟ ਆਫ ਵੋਟ ਪਈ ਆ ਜੀ। ਸੋ ਰਣਦੀਪ ਜੀ, ਇੱਕ ਤਾਂ ਹਥਿਆਰਾਂ ਦੇ ਮੁੱਦੇ ਨੂੰ ਲੈ ਕੇ ਐਰੀਨੋ ਟੂਲ ਜਦੋਂ ਬਿਆਨ ਦੇ ਬੈਠੇ ਸੀਗੇ ਉਦੋਂ ਵੀ ਪਾਰਟੀ ਪਲੇਟਫਾਰਮ ਤੋਂ ਹਟ ਕੇ ਉਹਨਾਂ ਨੇ ਬਿਆਨ ਦਿੱਤਾ। ਹੁਣ ਘਰਾਂ ਨੂੰ ਵੇਚਣ ਨੂੰ ਲੈ ਕੇ ਵੀ ਉਹ ਕੁਝ ਐਲਾਨ ਕਰ ਰਹੇ ਨੇ, ਉਹ ਐਲਾਨ ਕੀ ਹੈ ਔਰ ਤੁਹਾਡੀ ਪਾਰਟੀ ਦੇ ਐਲਾਨ ਨਾਲੋਂ ਕਿੰਨਾ ਕੁ ਵੱਖਰਾ ਹੈਗਾ? ਸ਼ੋ ਦੇਖੋ, ਉਹ ਬਹੁਤ ਝੂਠ ਇੱਕ ਫੈਲਾ ਰਹੇ ਆ, 2 ਵਾਰੀ ਫੈਲਾ ਚੁੱਕੇ ਆ, 2019 'ਚ ਵੀ। ਔਰ ਐਵਰੀ ਜਰਨਲਿਸਟ ਨੇ ਉਹਨੂੰ ਸਾਬਤ ਕੀਤਾ ਕਿ ਝੂਠ ਆ। ਉਹ ਕਹਿ ਰਹੇ ਕਿ ਅਸੀਂ ਪ੍ਰਿੰਸੀਪਲ ਰੈਜ਼ੀਡੈਂਸ, ਮਤਲਬ ਤੁਹਾਡੇ ਆਪ ਦਾ ਜਿਹੜੇ ਘਰ ਤੁਸੀਂ ਰਹਿੰਦੇ ਆ ਉਹਦੇ ਉੱਤੇ ਟੈਕਸ ਲਾ ਦੇਣਾ ਜੋ ਤੁਸੀਂ ਵੇਚੋਗੇ। ਇਹ ਬਿਲਕੁਲ ਫਾਲਸ ਆ। ਨਾ ਅਸੀਂ ਕਦੇ ਕਿਹਾ ਇਹਦੇ ਬਾਰੇ। ਸਾਡੇ ਫਾਈਨੈਂਸ ਮਿਨਿਸਟਰ ਨੇ ਵੀ ਕਲੀਅਰ ਕੱਟ ਕਿਹਾ, ਪ੍ਰਾਈਮ ਮਿਨਿਸਟਰ ਨੇ ਵੀ ਕੱਲ੍ਹ ਵੀ ਸਪਸ਼ਟੀ ਕੀਤੀ ਆ। ਔਰ ਉਹਦੇ ਬਾਵਜੂਦ ਵੀ ਉਹ ਇਹ ਫੈਲਾ ਰਿਹਾ ਗਲਤਫਹਿਮੀ। ਅਸੀਂ ਇਹ ਜ਼ਰੂਰ ਕਿਹਾ ਕਿ ਤੁਸੀਂ ਪ੍ਰਿੰਸੀਪਲ ਰੈਜ਼ੀਡੈਂਟ 12 ਮਹੀਨੇ ਕਰਕੇ ਰਹਿ ਕੇ ਤੁਸੀਂ ਉਹਨੂੰ ਕਲੇਮ ਕਰ ਸਕਦੇ। ਉਹ ਅੱਗੇ ਵੀ ਹੈਗਾ, ਅੱਗੇ ਇੰਪਲਾਈਡ ਆ। ਐਤਕੀ ਅਸੀਂ ਕਲੀਅਰ ਕਰ ਦੇਵਾਂਗੇ ਕਿ ਤੁਸੀਂ ਉਹਨੂੰ ਇੱਦਾਂ ਨਹੀਂ ਕਿ ਮਹੀਨੇ ਕੁ ਰਹਿ ਕੇ ਵੇਚਦੇ ਹੋ ਤਾਂ ਉਹਨੂੰ ਟੈਕਸ ਅਵੋਇਡ ਕਰ ਲਓਗੇ ਉਹਦੇ ਉੱਤੇ। ਜੇ ਤੁਹਾਡਾ ਵਾਕਿਆ ਘਰ ਆ, ਘੱਟੋ ਘੱਟ 12 ਮਹੀਨੇ ਰਹੇ, ਫਿਰ ਤੁਹਾਡਾ ਉਹ ਪ੍ਰਿੰਸੀਪਲ ਰੈਜ਼ੀਡੈਂਸ ਆ, ਉਹ ਟੈਕਸ ਵੀ ਉਹਦੇ 'ਤੇ ਕੋਈ ਸਾਜ਼ਿਸ਼ ਨਹੀਂ, ਕੋਈ ਪਲਾਨ ਨਹੀਂ ਹੈਗੀ। ਇਹ ਬਿਲਕੁਲ ਕਲੀਅਰ ਕਰਨਾ। ਸਾਡੇ ਰੀਅਲ ਏਸਟੇਟ ਵੀਰ, ਮੋਰਗੇਜ ਵਾਲੇ ਜਾਂ ਕੰਸਟਰਕਸ਼ਨ 'ਚ ਭੈਣ ਭਰਾ ਜਿਹੜੇ ਹੈਗੇ ਆ, ਇਹ ਕਾਫੀ ਕੰਸਰਨਡ ਇਸ ਗੱਲ ਦੇ ਉੱਤੇ, ਕਿਉਂਕਿ ਉਹ ਫਲਾਈ ਜਾਂਦੇ ਗਲਤ। ਪਰ ਇਹਨੂੰ ਜੇ ਤੁਸੀਂ CBC ਤੇ ਚੱਲ ਜਾਓ, ਗਲੋਬ ਐਂਡ ਮੇਲ ਤੇ ਚੱਲ ਜਾਓ, ਕੋਈ ਵੀ ਮੇਜਰ ਰੈਪੂਟੇਬਲ ਨਿਊਜ਼ਪੇਪਰ ਦੇਖ ਲਓ, ਉਹ ਸਾਰੇ ਫੈਕਟ ਚੈੱਕ ਕਰਕੇ ਕਹਿੰਦੇ ਵੀ ਐਬਸੋਲੂਟਲੀ ਝੂਠੀ ਆ। ਇਹ ਬਿਨਾਂ ਵੈਲੀਡੇਸ਼ਨ ਤੋਂ ਇਹ ਗੱਲ ਫੈਲਾਈ ਜਾਂਦੀ ਆ। ਓਕੇ। ਸੋ ਸਰਵੇ ਜਿਹੜੇ ਆਨੇ ਨੇ ਰਣਦੀਪ ਜੀ, ਤੁਸੀਂ ਕਿਹਾ ਵੀ ਜਿਹੜੇ ਲੋਕ ਨੇ ਉਹ ਚੰਗੇ ਤਰੀਕੇ ਨਾਲ ਜਾਣਦੇ ਨੇ ਤੁਹਾਡੀ ਪਾਰਟੀ ਦੇ ਵਾਅਦਿਆਂ ਨੂੰ ਵੀ, ਔਰ ਲੋਕ ਹਜੇ ਵੀ ਲਿਬਰਲ ਨੂੰ ਹੀ ਜਿਹੜਾ ਉਹ ਵੋਟ ਪਾਉਣ ਦੇ ਲਈ ਤਿਆਰ ਨੇ। ਇਹ ਤੁਸੀਂ ਦੱਸ ਰਹੇ ਹੋ ਵੀ ਜਦੋਂ ਤੁਸੀਂ ਜਾਣਦੇ ਹੋ ਲੋਕਾਂ ਦੇ ਵਿੱਚ, ਤੇ ਲੋਕਾਂ ਦਾ ਮੂਡ ਇਹੀ ਨਜ਼ਰ ਆ ਰਿਹਾ, ਲੋਕਾਂ ਦੀ ਬਾਡੀ ਲੈਂਗੁਏਜ ਇਹੀ ਨਜ਼ਰ ਆ ਰਹੀ ਹੈ। ਅਜਿਹੇ ਦੇ ਵਿੱਚ ਜਦੋਂ ਸਰਵੇ ਹੋ ਰਹੇ ਨੇ, ਪੋਲ ਦੇ ਵਿੱਚ ਐਰੀਨੋ ਟੂਲ ਤੇ ਜਸਟਿਨ ਟਰੂਡੋ ਬਰਾਬਰਤਾ ਦੇ ਨਾਲ ਚੱਲ ਰਹੇ ਨੇ। ਇਹ 1 ਹਫ਼ਤੇ ਪਹਿਲਾਂ ਦੀ ਮੈਂ ਪੋਲ ਦੀ ਗੱਲ ਕਰ ਰਹੀ ਹਾਂ, ਜਿਹੜਾ ਪਿਛਲੇ ਹਫ਼ਤੇ ਅਸੀਂ ਦੇਖਿਆ। ਹੁਣ ਤਾਂ ਮਹਿਜ਼ ਬਚਿਆ ਹੀ 1 ਹਫ਼ਤਾ ਵੀ ਨਹੀਂ, ਆਈ ਥਿੰਕ ਬਚਿਆ 3-4 ਦਿਨ ਬਚੇ ਨੇ। ਸੋ ਲੱਗਦਾ ਵੀ ਇਹ 3-4 ਦਿਨਾਂ ਦੇ ਵਿੱਚ ਤਸਵੀਰ ਜਿਹੜੀ ਆ ਉਹ ਬਦਲ ਸਕਦੀ ਹੈ, ਔਰ ਬਰਾਬਰਤਾ ਕਿਤੇ ਨਾ ਕਿਤੇ ਥੋੜਾ ਜਿਹਾ ਤਾਂ ਤੁਹਾਨੂੰ ਚਿੰਤਾ ਦੇ ਵਿੱਚ ਪਾ ਰਹੀ ਹੋਣੀ ਹੈ। ਦੇਖੋ, ਇਹ ਸਾਨੂੰ 2015 'ਚ ਵੀ ਇਹ ਕਿਹਾ ਜਾਂਦਾ ਸੀ, ਉਦੋਂ ਅਸੀਂ 3rd ਪਲੇਸ ਪਾਰਟੀ ਸੀਗੀ। ਵੇ ਪੋਲਸ ਕਹਿ ਰਹੇ ਤੁਸੀਂ ਕਿੱਦਾਂ ਗਵਰਨਮੈਂਟ ਬਣਾਓਗੇ। ਸਾਨੂੰ ਜਿੱਥੇ ਅਸੀਂ ਰਨ ਕਰਦੇ ਸੀ ਕਹਿੰਦੇ ਸੀਗੇ, ਉਦੋਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਦੇਖਿਓ ਜਸਟ ਵਾਚ, ਐਂਡ ਲੋਕਾਂ ਨੇ ਉਹਨਾਂ ਨੂੰ ਫਤਵਾ ਦੇ ਕੇ ਉਹਨਾਂ ਨੂੰ ਜਿਤਾਇਆ। 2019 ਦੇ ਵਿੱਚ ਵੀ ਲੋਕ ਐਕਸਪੈਕਟ ਕਰਦੇ ਸੀ ਕਿ ਚੇਂਜ ਹੋਊਗਾ, ਪਰ ਉਦੋਂ ਵੀ ਲੋਕਾਂ ਨੇ ਸਪੋਰਟ ਕੀਤੀ। ਠੀਕ ਹੈ, ਥੋੜ੍ਹੀ ਜਿਹੀ ਚੈਲੰਜਸ ਆਏ ਆ ਉਹਦੇ ਵਿੱਚ। ਆਈ ਥਿੰਕ ਐਤਕੀ 2019 ਨਾਲੋਂ ਵੀ ਵਧੀਆ ਮਾਹੌਲ ਹੈਗਾ। ਲੋਕ ਬਹੁਤ ਅਪਰੀਸ਼ੀਏਟਿਵ ਹੈ। ਆਈ ਥਿੰਕ ਬੈਲਟ ਬਾਕਸ ਉਹ ਇੰਨੇ ਜਿਹੜੇ ਕਹਿ ਲਓ ਕਿ ਸ਼ਾਇਦ ਪੋਲਸਟਰਾਂ ਨੂੰ ਜਿਹੜੇ ਆਉਂਦੇ ਆ ਉਹ ਇੰਨੇ ਲਾਊਡ ਨਹੀਂ ਹੈਗੇ ਲੋਕ ਜਿਹੜੇ ਸਾਨੂੰ ਸਪੋਰਟ ਕਰਦੇ ਆ, ਪਰ ਉਹ ਬੈਲਟ ਬਾਕਸ ਤੇ ਜ਼ਰੂਰ ਜਾ ਕੇ ਵੋਟ ਪਾਉਂਦੇ। ਮੇਨ ਸਟਰੀਟ ਦਾ ਪੋਲ ਅੱਜ ਕੱਲ੍ਹ ਨਿਕਲਿਆ, ਉਹ BC ਦੇ ਵਿੱਚ ਖਾਸ ਕਰਕੇ ਬਹੁਤ ਅੱਪ ਦਿਖਾਉਂਦੇ ਆ। ਉਹ ਆਲਮੋਸਟ 16 ਸੀਟਸ ਗਿਣਦੇ ਆ ਲਿਬਰਲਸ ਵਾਸਤੇ, ਗੇਨ ਆਫ 5 ਸੀਟਸ, ਸੋ 50% ਗੇਨ ਇਨ ਸੀਟਸ। ਸੋ ਆਈ ਥਿੰਕ ਮਾਹੌਲ ਕਾਫੀ ਚੰਗਾ ਆ। ਜਦੋਂ ਤੁਸੀਂ ਐਵਰੇਜ ਵੀ ਦੇਖੋਗੇ, ਜਿਹੜੀ ਕੰਸਰਵੇਟਿਵ ਵੋਟ ਆ ਉਹ ਜੇ ਵੋਟ ਜ਼ਿਆਦਾ ਪੈਂਦੀ, ਉਹ ਕੰਸੋਲੀਡੇਟਡ ਹੁੰਦੇ ਪ੍ਰੈਰੀ ਪ੍ਰੋਵਿੰਸਿਸ ਜਾਂ ਨੌਰਥ ਦੇ ਵਿੱਚ ਵੱਧ ਪੈ ਜਾਂਦੀ ਆ। ਉਹ ਰਿਫਲੈਕਟਿਵ ਅਰਬਨ ਸੁਸਾਇਟੀਆਂ ਦੇ ਵਿੱਚ ਨਹੀਂ ਹੁੰਦੀ ਆ, ਖਾਸ ਕਰਕੇ ਦ ਲੋਅਰ ਮੇਨਲੈਂਡ ਦਾ ਮਾਹੌਲ ਜਿੱਥੇ ਆ, ਜਾਂ ਟੋਰਾਂਟੋ ਜਾਂ ਕੈਲਗਰੀ ਸਿਟੀ ਸੈਂਟਰ ਵਰਗੇ ਮਾਹੌਲ, ਇਹਨਾਂ ਦੇ ਵਿੱਚ ਨਹੀਂ ਉਹ ਜ਼ਾਹਰ ਹੁੰਦੀ, ਕਿਉਂਕਿ ਉਹਨਾਂ ਦਾ ਹਜੇ ਗਨਜ਼ ਦੇ ਵਿੱਚ ਬੜਾ ਬੈਕਵਰਡ ਪਲੇਟਫਾਰਮ ਹੈਗਾ। ਉਹ ਅਸੌਲਟ ਰਾਈਫਲਾਂ ਨੂੰ ਰੀਇਨਸਟੇਟ ਕਰਨਾ ਮੰਗਦੇ ਆ, ਜਿਹੜੇ ਕਿ ਲੋਕਾਂ ਨੂੰ ਮਾਰਨ ਵਾਸਤੇ ਹਾਈ ਸਪੀਡ ਦੇ ਵਿੱਚ ਮਾਰਨ ਵਾਸਤੇ ਵਾਲੀਆਂ ਗਨਜ਼ ਆ। ਉਹ ਹਜੇ ਚਾਈਲਡ ਕੇਅਰ ਜਿੱਥੇ ਗੱਲ ਕਰਦੇ, ਜਿੱਥੇ ਔਰਤਾਂ ਨੇ ਖਾਸ ਕਰਕੇ ਜੂਝਿਆ ਇਸ ਗੱਲ ਦੇ ਕਿ ਸਾਨੂੰ ਚਾਈਲਡ ਕੇਅਰ ਸਾਡੀ ਬਰਾਬਰਤਾ ਵਾਸਤੇ, ਸਾਡੇ ਪਰਿਵਾਰਾਂ ਨੂੰ ਹੈਲਪ ਕਰਨ ਵਾਸਤੇ ਚਾਹੀਦੀ। ਮਸੀ ਉਹ ਦੱਸ ਰਿਹਾ, ਈਵਨ ਕੰਸਰਵੇਟਿਵ ਪ੍ਰੋਵਿੰਸਾਂ ਨੇ ਵੀ ਉਹ ਐਕਸੈਪਟ ਕੀਤਾ। 10 ਆਊਟ ਆਫ 13 ਪ੍ਰੋਵਿੰਸਿਸ ਐਂਡ ਟੈਰੀਟਰੀਜ਼ ਨੇ ਆਲਰੇਡੀ ਸਾਈਨ ਕਰਤੇ ਐਗਰੀਮੈਂਟ। ਇਹ ਨਹੀਂ ਕਹਿਤਾ ਅਸੀਂ ਉਹ ਰੱਦ ਕਰ ਦੇਵਾਂਗੇ, ਅਸੀਂ ਕੈਂਸਲ ਕਰ ਦੇਵਾਂਗੇ, ਫਿਰ ਅਸੀਂ ਉਹ ਮਾਵਾਂ ਨੂੰ ਘਰ ਬਿਠਾ ਲੈਣਾ ਚਾਹੁੰਦੇ ਆ, ਨਹੀਂ ਮੰਗਦੇ ਕਿ ਉਹ ਕੰਮ ਕਰਨ। ਇਹ ਕਾਫੀ ਰਿਗਰੈਸਿਵ ਟਾਈਪ ਆਫ ਪੋਲੀਟਿਕਸ ਹੈਗੀ ਆ। ਆਈ ਥਿੰਕ ਸ਼ਹਿਰੀਏ ਲੋਕ, ਪੜ੍ਹੇ ਲਿਖੇ ਲੋਕ, ਯੰਗ ਵੋਟਰਸ ਇਹ ਚੀਜ਼ ਨੂੰ ਨਹੀਂ ਚਾਹੁੰਦੇ ਆ। ਸੋ ਆਈ ਥਿੰਕ ਉਹਨੇ ਇਹ ਫਤਵਾ ਦੇ ਦੇਣਾ ਉਹਨਾਂ ਨੂੰ ਕਿ ਉਹ ਨਹੀਂ ਮੁੜ ਕੇ ਇਲੈਕਟ ਹੋਣਗੇ। ਜੀ
ਸੋ ਜਿਹੜੇ ਕਾਲਰ ਕਾਲ ਕਰ ਰਹੇ ਸੀ ਉਹ ਕਾਲ ਦੁਬਾਰਾ ਕਰ ਸਕਦੇ ਨੇ। ਰਣਦੀਪ ਜੀ, ਇੱਥੇ ਗੱਲ ਅਸੀਂ ਜਿਵੇਂ ਸਰਵੇ ਦੀ ਚਲੋ ਕਰ ਹੀ ਰਹੇ ਸੀਗੇ, ਕੁਝ ਐਕਸਪਰਟਸ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਜੇ ਬਰਾਬਰਤਾ ਚੱਲ ਰਹੀ ਹੈ ਰੀਨੋ ਟੂਲ ਔਰ ਜਸਟਿਨ ਟਰੂਡੋ ਦੀ, ਤਾਂ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਮੈਜੋਰਿਟੀ ਦੀ ਰਾਹ ਜਿਹੜੀ ਹੈ ਲਿਬਰਲ ਦੀ ਉਹ ਔਖੀ ਹੋ ਸਕਦੀ ਹੈ। ਦੇਖੋ, ਇਹ ਤਾਂ ਲੋਕਾਂ ਨੇ ਵੋਟ ਪਾਉਣੀ ਆ, ਜਿਹੜੇ ਪੋਲ ਆ ਜਾਂ ਹੋਰ ਚੀਜ਼ਾਂ, ਇਹ ਤਾਂ ਅਗੇਨ ਇੱਕ ਐਵਰੇਜਸ ਹੈਗੇ ਆ ਜਾਂ ਲੋਕਾਂ ਦਾ ਸੈਂਪਲ ਸਾਈਜ਼ ਦੇਖ ਕੇ ਦੇਖਦੇ ਆ। ਐਕਚੁਅਲ ਵੋਟ ਵੈਸੇ ਤੁਸੀਂ ਬਿਲੀਵ ਕਰਦੇ ਹੋ ਪੋਲਸ ਤੇ, ਸਰਵੇ ਤੇ ਬਿਲੀਵ ਕਰਦੇ ਹੋ? ਨੋ, ਦੇਖੋ ਪੋਲਸ ਇੱਕ ਕਹਿ ਲਓ ਜਿੱਦਾਂ ਜਿਵੇਂ ਵੈਦਰਮੈਨ ਜਾਂ ਵੈਦਰ ਵੂਮਨ ਜਦੋਂ ਵੈਦਰ ਦੇਖਦੀ ਹੁੰਦੀ ਆ, ਉਹ ਕਈ ਚੀਜ਼ਾਂ ਦੇਖ ਕੇ ਆਪਣਾ ਐਨਾਲਿਸਿਸ ਦੇ ਹਿਸਾਬ ਨਾਲ ਕਹਿੰਦੀ ਹੁੰਦੀ ਆ ਕਿ ਮੇਰੇ ਹਿਸਾਬ ਦੇ ਨਾਲ ਕੱਲ ਨੂੰ ਬਾਰਿਸ਼ ਇੰਨੇ ਵਜੇ ਪਊਗੀ ਜਾਂ ਨਹੀਂ ਬਾਰਿਸ਼ ਪਊਗੀ। ਕਈ ਵਾਰੀ ਸਹੀ ਨਿਕਲਦੀ ਆ, ਕਈ ਵਾਰੀ ਨਹੀਂ। ਠੀਕ ਹੈ, ਪੋਲਸਟਰ ਵੀ ਜਿਹੜੇ ਹੈਗਾ, ਜਿਹੜਾ ਸਭ ਤੋਂ ਮਾਹਰ ਆ ਉਹ ਟ੍ਰੈਂਡ ਦੇਖ ਲੈਂਦਾ, ਕੱਲਾ ਇਹ ਨਹੀਂ ਕਿ ਵਿਅਕਤੀ ਨੇ ਕੀ ਕਹਿ ਰਿਹਾ ਫੋਨ ਦੇ ਉੱਤੇ ਨਾ। ਔਰ ਅੱਜ ਕੱਲ ਬੜਾ ਮੁਸ਼ਕਿਲ ਆ ਐਕੂਰੇਟ ਪੋਲ ਕਰਾਉਣੇ, ਕਿਉਂਕਿ ਲੋਕਾਂ ਕੋਲ ਸੈੱਲ ਫੋਨਸ ਆ ਔਰ ਸੈੱਲ ਫੋਨ ਦੀ ਡਾਟਾ ਉਹਨਾਂ ਕੋਲ ਬਹੁਤ ਥੋੜੀ ਆ। ਘਰਾਂ ਦੀਆਂ ਲਾਈਨਾਂ ਤੇ ਉਹ ਮਿਲਦੇ ਨਹੀਂ। ਜੇ ਘਰਾਂ ਦੇ ਮਿਲਦੇ ਆ ਤਾਂ ਤੁਹਾਨੂੰ ਇੱਕ ਸਰਟਨ ਡੈਮੋਗ੍ਰਾਫਿਕ ਹੀ ਮਿਲਦਾ ਜਿਹੜਾ ਘਰ ਆਪਣੀ ਲੈਂਡਲਾਈਨਸ ਆਨਸਰ ਕਰਦਾ, ਤਾਂ ਸੋ ਉਹ ਨਾਲ ਸਕਿਊ ਹੋ ਜਾਂਦੇ ਨੰਬਰ। ਸੋ ਐਕੂਰੇਸੀ ਪੋਲਸਟਰਾਂ ਦੀ ਬਹੁਤ ਔਖੀ ਆ, ਆਈ ਥਿੰਕ। ਪਰ ਜਿਹੜੀ ਪਾਰਟੀ ਦੇ ਰਣਦੀਪ ਜੀ ਹੱਕ ਦੇ ਵਿੱਚ ਸਰਵੇ ਜਾਂਦੇ ਆ, ਉਹ ਤਾਂ ਖੈਰ ਖੁਸ਼ੀ ਹੁੰਦੀ ਹੋਣੀ ਆ ਸਰਵੇ ਤੋਂ। ਉਹ ਜ਼ਰੂਰ ਆਫ ਕੋਰਸ ਖੁਸ਼ ਹੁੰਦੇ, ਪਰ ਮੈਂ ਆਲਵੇਜ਼ ਉਹਨੂੰ ਵਿਦ ਅ ਗ੍ਰੇਨ ਆਫ ਸਾਲਟ ਲੈਣਾ, ਕਿਉਂਕਿ ਅਸਲੀ ਜਿਹੜਾ ਮੇਰੇ ਜਿੰਨੇ ਵੀ ਸਾਡੇ ਪੋਲ ਫੋਰ ਐਗਜ਼ਾਮਪਲ ਸਾਡੇ ਰਾਈਡਿੰਗ ਦੇ ਵਿੱਚ ਹੋਏ, ਉਹਦੇ ਵਿੱਚੋਂ ਅਸੀਂ ਐਵਰੀ ਸਿੰਗਲ ਟਾਈਮ 6 ਤੋਂ 7 10% ਵੱਧ ਲੈ ਕੇ ਗਏ। ਸੋ ਪੋਲਸਟਰ ਲਾਸਟ ਇਲੈਕਸ਼ਨ ਲੈ ਲਓ 2019 ਦੀ, ਮੈਨੂੰ ਸਿਰਫ ਕਿਹਾ ਸੀ ਕਿ ਇਹ ਜਿੱਤੂਗੇ ਬਾਈ 0.5%, ਅੱਧੇ percent ਨਾਲ, ਤਾਂ ਅਸੀਂ ਜਿੱਤੇ 7.5% ਦੇ ਮਾਰਜਨ ਨਾਲ। ਸੋ ਇਹ ਹਮੇਸ਼ਾ ਸਕਿਊਡ ਹੁੰਦੇ ਆ, ਇਸ ਦੇ ਵਿੱਚ ਉਹਨਾਂ ਦੀ ਵੀ ਸਾਇੰਸ ਹੁੰਦੀ ਆ। ਜਿਹੜਾ ਪੋਲਸਟਰ ਐਟ ਦੀ ਐਂਡ ਆਫ ਦ ਡੇ ਮੋਸਟ ਐਕੂਰੇਟ ਰਹਿੰਦਾ, ਉਹਦੀ ਬੱਲੇ ਬੱਲੇ ਹੋ ਜਾਂਦੀ ਆ। ਸੋ ਇਸ ਕਰਕੇ ਆਈ ਥਿੰਕ ਇਹ ਸਾਇੰਸ ਐਕੂਰੇਟ ਸਾਇੰਸ ਨਹੀਂ ਹੈਗਾ, ਇਹ ਸਬਜੈਕਟਿਵ ਹੈਗਾ। ਜਿਹੜਾ ਪ੍ਰੋਫੈਸਰ ਆਪਣੇ ਹਿਸਾਬ ਦੇ ਨਾਲ ਉਹ ਬੈਸਟ ਤੋਂ ਬੈਸਟ ਐਨਾਲਿਸਿਸ ਦਾ ਉਦਾਹਰਤ ਕੱਢਦੇ ਆ। ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹੈ ਜੀ ਤੁਹਾਡਾ ਸਵਾਲ? ਹਾਂਜੀ ਜੀ ਬਿਲਕੁਲ ਜੀ, ਕਰੋ ਜੀ ਸਵਾਲ, ਕੀ ਕਰਨਾ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਠੀਕ ਠਾਕ ਜੀ? ਬਿਲਕੁਲ ਜੀ। ਹਾਂਜੀ ਸਰ, ਇੱਕ ਗੱਲ ਕਰਨੀ ਸੀਗੀ ਕਿ ਜਿਹੜੇ ਕੇਸਿਸ ਜਿੱਦਾਂ ਨਾ ਵੀ ਜਿਨ੍ਹਾਂ ਨੇ ਪਹਿਲਾਂ ਟਰੈਵਲ ਕੀਤਾ ਕੈਨੇਡਾ ਦੇ ਵਿੱਚ, ਤੇ ਜਦੋਂ ਉਹਨੇ ਮਤਲਬ ਇੱਕ ਅੱਧੀ ਵਾਰ ਏਦਾਂ ਦੇ ਪਾਉਣ ਦੇ ਵਿੱਚ ਗਲਤੀ ਹੋ ਜਾਂਦੀ ਹੈ, ਤੇ ਉਹ ਕਈ ਅੰਬੈਸੀਆਂ ਨੇ ਮਤਲਬ ਕੈਨੇਡਾ ਅੰਬੈਸੀ ਨੇ ਉਸ ਚੀਜ਼ ਨੂੰ ਬੈਨ ਕਰਤਾ ਵਾ। ਮਤਲਬ ਇਹਦਾ ਹੱਲ ਕੀ ਚੀਜ਼ ਆ ਕਿ ਇਹ ਕਿੱਦਾਂ ਸੋਲਵ ਹੋਊਗਾ? ਮੈਂ ਜਿੱਦਾਂ ਮੈਂ ਹੀ ਸੀਗਾ ਪਹਿਲਾਂ, ਮੈਂ ਕੈਨੇਡਾ 2 ਵਾਰ ਆ ਚੁੱਕਿਆ, ਤੇ ਜਿਸ ਏਜੰਟ ਨੇ ਮੇਰਾ ਫਾਰਮ ਦੀ ਸੀ ਗਲਤ ਭਰਤਾ ਸੀ, ਉਹ ਥੋੜੀ ਜਿਹੀ ਬਾਏ ਮਿਸਟੇਕ ਉਹਨੇ ਕੀਤੀ ਸੀ, ਉਹਦੇ ਵਿੱਚ ਕਿ ਮੈਂ ਦੱਸਿਆ ਨਹੀਂ ਸੀਗਾ ਕਿ ਮੈਂ USA ਤੋਂ ਰਿਫਿਊਜ਼ ਹਾਂ, ਤਾਂ ਮਤਲਬ ਕੈਨੇਡਾ ਨੇ ਉਸ ਤੋਂ ਬਾਅਦ 5 ਈਅਰ ਲਈ ਬੈਨ ਕਰਤਾ। ਤੇ ਇਹਦੇ ਲਈ ਸਾਨੂੰ ਥੋੜਾ ਗਾਈਡ ਕਰੋ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ, ਤੇ ਇਹਦਾ ਕੀ ਹੱਲ ਆ ਕਿ ਸਾਡਾ ਬਣਿਆ ਬਣਾਇਆ ਜਿਹੜਾ ਫਿਊਚਰ ਆ ਇਹਦੇ ਨਾਲ ਸਕੋਰ ਹੋ ਰਿਹਾ ਜੀ। ਜੀ ਬਿਲਕੁਲ ਜੀ, ਇਸ ਤੇ ਗੱਲ ਕਰਦੇ ਹਾਂ। ਥੈਂਕ ਯੂ ਸੋ ਮਚ। ਦੇਖੋ, ਵੈਰੀ ਗੁੱਡ ਕੁਐਸਚਨ ਇਹ। ਸਾਨੂੰ ਬਹੁਤ ਆਉਂਦੇ ਇਹ ਕੇਸ। ਆਪਾਂ ਇੱਕ ਗੱਲ ਭੁੱਲ ਜਾਂਦੇ ਹਾਂ, ਜਦੋਂ ਅਸੀਂ ਕਿਸੇ ਤੋਂ ਫਾਰਮ ਭਰਾਉਂਦੇ ਆ, ਫਾਰਮ ਭਰਾ ਲਿਆ ਪਰ ਬਾਅਦ ਚ ਪੜ੍ਹ ਕੇ ਫੇਰ ਸਾਈਨ ਕਰਨਾ। ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਪੜ੍ਹਨਾ, ਕੱਲਾ ਕੁਐਸਚਨ ਪੁੱਛਣਾ ਕਿ ਆ ਕੀ ਭਰਿਆ, ਇਹਦਾ ਭਾਵ ਕੀ ਹੈਗਾ। ਜਦੋਂ ਤੁਸੀਂ ਇੱਕ ਵਾਰੀ ਚੀਜ਼ ਸਾਈਨ ਕਰ ਦਿੰਦੇ, ਚਾਹੇ ਤੁਸੀਂ ਆਪਣੇ ਘਰ ਦੀ ਵਸੀਅਤ ਦੇ ਦਿੰਦੇ ਆ, ਚਾਹੇ ਤੁਸੀਂ ਆਪਣਾ ਵਿਲ ਦੇ ਦਿੰਦੇ, ਉਹ ਸਾਈਨ ਪਾਵਰਫੁਲ ਹੈਗਾ। ਸੋ ਤਦੇ ਕਰਕੇ ਤੁਹਾਨੂੰ ਉਹ ਨਹੀਂ ਕਿਹਾ ਕਿ ਕੰਸਲਟੈਂਟ ਜਾਂ ਲਾਇਰ ਤੋਂ ਪੜ੍ਹ ਕੇ ਕਰਾਓ, ਪਰ ਜ਼ਿੰਮੇਵਾਰ ਜੇ ਕੰਸਲਟੈਂਟ ਜਾਂ ਲਾਇਰ ਆ, ਤੁਸੀਂ ਉਹਨੂੰ ਸੂ ਕਰਨਾ ਜਾਂ ਤੁਸੀਂ ਉਹਨੂੰ ਕਾਰਵਾਈ ਕਰਨੀ ਆ। ਜਿਹੜਾ ਕੋਈ ਗਲਤ ਇੱਦਾਂ ਹੋ ਜਾਵੇ, ਉਹਦੇ ਕੋਲ 2-3 ਰਾਹ ਹੈਗੇ। ਇੱਕ ਤਾਂ ਆਬਵੀਅਸਲੀ ਹੈਗਾ ਕਿ ਉਹ ਫੈਡਰਲ ਕੋਰਟ ਨੂੰ ਅਪਲਾਈ ਕਰੇ ਔਰ ਉਹਨੂੰ ਚੈਲੰਜ ਕਰੇ, ਉੱਥੇ ਆਪਣੇ ਸਪਸ਼ਟੀ ਕਰੇ ਕਿ ਮੈਂ ਆ ਗਲਤੀ ਕਰਕੇ ਹੋਇਆ, ਆ ਮੈਂ ਗਲਤੀ ਉਸ ਕੰਸਲਟੈਂਟ ਤੇ ਮੈਂ ਕੰਪਲੇਨ ਕੀਤੀ, ਆ ਕੰਸਲਟੈਂਟ ਨੇ ਮੰਨੀ ਆ ਮੇਰੀ ਗਲਤੀ ਹੋਈ ਆ। ਜੇ 2-3 ਚੀਜ਼ਾਂ ਹੋਈਆਂ, ਤੁਸੀਂ ਫੈਡਰਲ ਕੋਰਟ ਕੋਲ ਜਾਓ, ਫਿਰ ਤੁਹਾਡੇ ਚਾਂਸ ਹਾਈ ਹੋ ਜਾਂਦੇ ਕਿ ਫੈਡਰਲ ਕੋਰਟ ਉਹਨੂੰ ਓਵਰਟਰਨ ਕਰ ਸਕਦੀ ਆ। ਸੋ ਪਰ ਜੇ ਤੁਸੀਂ ਇਹੀ ਆਪਾਂ ਐਕਸਕਿਊਜ਼ ਦਈਏ ਕਿ ਸਾਡੇ ਕੰਸਲਟੈਂਟ ਨੇ ਇੱਦਾਂ ਭਰਤਾ, ਉਹ ਐਕਸਕਿਊਜ਼ ਵੈਲਿਡ ਨਹੀਂ ਗਿਣਿਆ ਜਾਂਦਾ, ਕਿਉਂਕਿ ਜਿਵੇਂ ਆਪਾਂ ਟੈਕਸ ਭਰਦੇ ਆ, ਬੇਸ਼ੱਕ ਅਕਾਊਂਟੈਂਟ ਕੋਲ ਜਾਂਦੇ ਆ, ਜਦੋਂ ਤੁਸੀਂ ਸਾਈਨ ਕਰਦੇ ਆ, ਜ਼ਿੰਮੇਵਾਰੀ ਤੁਹਾਡੀ। ਜੇ ਅਕਾਊਂਟੈਂਟ ਨੇ ਗਲਤ ਕੀਤੀ, ਤੁਸੀਂ ਉਹਨੂੰ ਅਸੂ ਕਰ ਸਕਦੇ। ਜੇ ਤੁਸੀਂ ਵਕੀਲ ਤੋਂ ਡਾਕੂਮੈਂਟ ਬਣਾਉਂਦੇ ਆ, ਵਕੀਲ ਨੇ ਕੋਈ ਗਲਤੀ ਕੀਤੀ ਆ,
ਤੁਹਾਡਾ ਸਿਗਨੇਚਰ ਤੇ ਕੰਟਰੈਕਟ ਮੁਤਾਬਕ ਉਹੀ ਹੈ ਜੋ ਤੁਸੀਂ ਸਾਈਨ ਕੀਤਾ, ਜੀ ਉਹ ਤੁਸੀਂ ਲਾਇਰ ਨੂੰ ਸੂ ਕਰ ਸਕਦੇ ਬਾਅਦ ਦੇ ਵਿੱਚ ਵੀ ਤੂੰ ਗਲਤ ਭਰੇ ਮੇਰੇ। ਇਹ ਚੀਜ਼ਾਂ ਸਾਨੂੰ ਹਮੇਸ਼ਾ ਸਮਝਣੀ ਚਾਹੀਦੀ, ਇਹ ਬਹੁਤ ਆਉਂਦੀ ਆ ਔਰ ਅਨਫੋਰਚੂਨਟਲੀ ਉਹਨਾਂ ਨੂੰ ਇਹ ਰੀਅਲਾਈਜ਼ ਨਹੀਂ ਹੈਗਾ ਕਿ ਜਦੋਂ ਕੈਨੇਡਾ ਦੇਖਦਾ, ਖਾਸ ਕਰਕੇ ਅਮਰੀਕਨ ਡਾਟਾ ਤੇ ਕੈਨੇਡਾ ਡਾਟਾ ਇਹ ਸ਼ੇਅਰਡ ਆ ਜਿੱਥੇ ਵੀਜ਼ਾ ਦੀ ਅਪਲਾਈ ਕੀਤਾ। ਸੋ ਜਦੋਂ ਉਹ ਦੇਖ ਲੈਂਦੇ ਕਿ ਤੁਸੀਂ ਜੇ ਅਮਰੀਕਾ ਬਾਰੇ ਝੂਠ ਬੋਲਿਆ ਜਾਂ ਕੈਨੇਡਾ ਦਾ ਅੱਗੇ ਅਪਲਾਈ ਕੀਤਾ ਤਾਂ ਰਿਜੈਕਟ ਹੋਇਆ, ਵੀ ਜੇ ਇਹ ਗੱਲ ਤੇ ਝੂਠ ਬੋਲੀ ਤੁਸੀਂ ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਦੇ ਝੂਠ ਬੋਲੇ ਹੋਗੇ, ਵੀ ਇਹ ਤਾਂ ਚੀਜ਼ ਸਾਨੂੰ ਸਾਹਮਣੇ ਆ ਜਾਣੀ ਆ, ਜੇ ਇਹਦਾ ਝੂਠ ਬੋਲਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਸੋ ਜੇ ਇਹ ਚੀਜ਼ ਤੁਸੀਂ ਉਹ ਸਸਪੈਕਟ ਹੋ ਜਾਂਦੇ, ਸੋ ਉਹਦਾ ਚਾਰਾ ਇਹੀ ਆ ਕਿ ਤੁਸੀਂ ਐਕਸ਼ਨ ਲਓ, ਜਿਹੜੇ ਵਿਅਕਤੀ ਨੇ ਕੀਤਾ ਜਾਓ ਤੋਂ ਸਾਈਨਡ ਲੈਟਰ ਲੈ ਕੇ ਮੁੜ ਕੇ ਆਓ ਔਰ ਤੁਸੀਂ ਫੈਡਰਲ ਕੋਰਟ ਕੋ ਜਾਓ ਤੇ ਤੁਸੀਂ ਅਪਲਾਈ ਕਰੋ। ਹਾਂ ਪੈਸੇ ਜ਼ਰੂਰ ਖਰਚ ਹੁੰਦੇ ਪਰ ਇਹ ਕੈਨੇਡਾ ਦਾ ਲੀਗਲ ਸਿਸਟਮ ਦੇ ਮੁਤਾਬਕ ਆਏਗਾ। ਸੋ ਸੁਣਵਾਈ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਹਾਂਜੀ ਸ਼ਰੀ, ਸਤਿ ਸ੍ਰੀ ਅਕਾਲ ਆਪਣੇ ਸਰਾਂ ਸਾਹਿਬ ਨੂੰ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। ਮੈਂ ਆਪਣਾ ਮੇਰਾ ਸਵਾਲ ਤਾਂ ਸਰਾਂ ਸਾਹਿਬ ਨੂੰ ਇਹ ਹੈ ਵੀ ਇਹਨਾਂ ਦੇ ਡਿਸਕਸ ਦੇ ਵਿੱਚ ਮੇਰਾ ਸਵਾਲ ਆ ਵੀ ਇਹ ਕਹਿ ਰਹੇ ਸੀਗੇ, ਤੁਸੀਂ ਇਹਨਾਂ ਨੂੰ ਕੁਐਸਚਨ ਕੀਤਾ ਸੀ ਵੀ ਗ੍ਰਾਫ ਆ ਜਿਹੜੇ ਸਰਵੇ ਆ ਰਹੇ ਆ ਉਹਨਾਂ ਦੇ ਵਿੱਚ, ਮੇਰਾ ਸਵਾਲ ਇਹ ਹੈ ਜਦੋਂ 2019 ਦੇ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤਕਰੀਬਨ ਲਿਬਰਲ BC ਦੇ ਵਿੱਚ ਤਾਂ ਚਲੋ ਜਾ ਹੀ ਰਹੀ ਅੱਗੇ, ਪਰ ਐਡਵਾਂਸ ਪੋਲਿੰਗ ਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਜਿਹੜੀ ਹਾਈ ਵੋਟਿੰਗ ਹੋ ਰਹੀ ਹੈ, ਕਿਉਂਕਿ ਖਾਸ ਕਰਕੇ ਇਹਨਾਂ ਦੋ ਰਾਈਡਿੰਗਾਂ ਦੇ ਵਿੱਚ ਤਾਂ ਸੁਖ ਧਾਲੀਵਾਲ ਦੀ ਤੇ ਇਹਨਾਂ ਦੀ ਰਾਈਡਿੰਗ ਦੇ ਵਿੱਚ ਕਿ ਇਹ ਜਿਹੜੀ ਹਾਈ ਵੋਟਿੰਗ ਹੋ ਰਹੀ ਹੈ ਇਹ NDP ਇਹਨਾਂ ਤੇ ਇਫੈਕਟ ਕਰੂਗੀ, ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਵੀ ਜੰਗ ਜਨਰੇਸ਼ਨ ਤਾਂ ਜਦੋਂ ਤੁਸੀਂ ਪਬਲਿਕ ਸੈਕਟਰ 'ਚ ਜਾ ਕੇ ਦੇਖਦੇ ਆ ਜਿਹੜੇ ਜੰਗ ਬੱਚੇ ਆ ਉਹ ਤਾਂ ਵੈਸੇ NDP ਨੂੰ ਜ਼ਿਆਦਾ ਸਪੋਰਟ ਕਰ ਰਹੇ ਆ। ਤੇ ਨੰਬਰ 2 ਤੇ ਜਿਹੜੀ ਪ੍ਰੋਕਸੀ ਵੋਟਾਂ ਜਿਹੜੀਆਂ ਘਰ ਦੇ ਵਿੱਚੋਂ ਮੇਲ ਹੋਣੀਆਂ ਉਹਦਾ ਰੈਕਟ ਹੀ ਟੁੱਟ ਗਿਆ, ਇਕੱਲੇ ਵਿਕਟੋਰੀਆ ਦੇ ਵਿੱਚ 50,000 ਨੰਬਰਿੰਗ ਹੈ ਜੀ। ਤੇ ਬਾਕੀ ਮੇਰਾ ਇਹਨਾਂ ਨੂੰ ਸਵਾਲ BC ਦੇ ਪ੍ਰਤੀ ਤਾਂ ਇਹੀ ਹੈ ਕਿ ਇਹ NDP ਇਹਨਾਂ ਦੀ 2019 ਦੀ ਇਲੈਕਸ਼ਨ ਦੇ ਨਾਲ ਕੰਪੇਅਰ ਕਰੀਏ ਤਾਂ ਉਹ ਅਫੈਕਟਡ ਹੋਊਗੀ ਇਹਨਾਂ ਦੀਆਂ ਸੀਟਾਂ ਦੇ ਵਿੱਚ, ਨੰਬਰ 1। ਨੰਬਰ 2 ਜੀ ਅਲਬਰਟਾ, ਸਸਕੈਚਵਨ ਤੇ ਮੈਨੀਟੋਬਾ ਤਿੰਨਾਂ ਦੇ ਵਿੱਚ ਇਹਨਾਂ ਦਾ 2019 ਦੇ ਵਿੱਚ ਜਿਹੜਾ ਆਪਣੇ ਕੋਲ ਅੰਕੜੇ ਹੈਗੇ ਆ ਉੱਥੇ ਲਿਬਰਲ ਬਿਲਕੁਲ ਸਾਫ਼ ਹੋ ਗਈ ਸੀ ਜੀ। ਕਿ ਉੱਥੇ ਇਹਨਾਂ ਦਾ ਜਿਹੜਾ ਗ੍ਰਾਫ ਆ ਉੱਥੇ ਹੀ ਖੜਾ ਜਾਂ ਉਹਦੇ ਵਿੱਚ ਚੇਂਜਿੰਗ ਆਊਗੀ, ਕਿਉਂਕਿ ਜਦੋਂ ਮੈਜੋਰਟੀ ਸਰਕਾਰ ਬਣਾਉਣੀ ਹੈ ਮੈਜੋਰਟੀ ਦੇ ਲਈ ਉਹ 3 ਸਟੇਟ ਬੜੇ ਵਰਕ ਕਰਦੇ, ਕਿਉਂਕਿ ਮੇਨ ਸਟ੍ਰੀਮ ਜਿਹੜਾ ਵੋਟਰ ਹੈ ਉੱਥੋਂ ਦਾ ਅਲਬਰਟਾ ਦਾ, ਉੱਥੇ ਅਸੀਂ ਵੀ ਗੱਲਬਾਤ ਕਰਦੇ ਰਹਿੰਦੇ ਹਾਂ ਲੋਕਾਂ ਨਾਲ, ਉਹ ਲੋਕ ਜਿਹੜੇ ਆ ਉਹ ਚੇਂਜਿੰਗ ਲਿਆਉਂਦੇ ਆ, ਜਿੱਦਾਂ ਕੁਵੈਕ ਵੀ ਲਿਆਉਂਦੀ ਆ। ਕੁਵੈਕ ਦਾ ਇੱਕ ਪਾਰਟ ਹੈ ਕੈਨੇਡੀਅਨ ਪੋਲਿਟਿਕਸ ਦੇ ਵਿੱਚ, ਕਿਉਂਕਿ ਪਾਪੂਲੇਸ਼ਨ ਬਹੁਤ ਲੈਸ ਆ ਜੀ। ਉਹ ਮੇਰਾ ਇਹਨਾਂ ਨੇ ਤਾਂ ਇਹਨਾਂ ਦੀ ਵੋਟਿੰਗ ਤਾਂ ਦੋਨਾਂ ਰਾਈਡਿੰਗਾਂ ਦੇ ਵਿੱਚ ਤਾਂ ਇਹ ਬਹੁਤ ਇਹਨਾਂ ਹੀ ਅੱਗੇ ਜਾ ਰਿਹਾ। ਮੇਰਾ ਇਹਨਾਂ ਨੂੰ ਸਵਾਲ ਸਿਰਫ ਨੈਸ਼ਨਲ ਬੇਸ ਤੇ ਹੈ ਕਿ ਇਹਨਾਂ ਦਾ 2019 ਨਾਲੋਂ ਹੁਣ ਜਿਹੜਾ ਗ੍ਰਾਫ ਆ ਵਿਦ NDP ਉਹ ਇਹਨਾਂ ਨੂੰ ਅਫੈਕਟਡ ਕਰੂਗੀ, ਇਹਨਾਂ ਦਾ ਗ੍ਰਾਫ ਉਹ ਤਿੰਨਾਂ ਸਟੇਟਾਂ ਦੇ ਵਿੱਚ ਅੱਗੇ ਨਾਲੋਂ ਥੋੜਾ ਜਿਹਾ ਅੱਗੇ ਜਾਊਗਾ, ਕਿਉਂਕਿ ਤਾਂ ਹੀ ਉਹ ਸਰਵੇ ਸਿੱਧ ਹੋਣਗੇ। ਜਿਹੜੇ ਉਹ ਸਰਵੇ ਕਰਨ ਵਾਲੇ ਆ ਉਹ ਵੀ ਇਹਨਾਂ ਚੀਜ਼ਾਂ ਦੇ ਕਰਦੇ ਆ, ਕਿਉਂਕਿ ਉਹਨਾਂ ਦਾ ਵੀ ਕਾਫੀ ਦਿਮਾਗ ਹੁੰਦਾ। ਸੋ ਇਹਦੇ ਬਾਰੇ ਜ਼ਰੂਰ ਦੱਸ ਕੇ ਜਾਣ। ਥੈਂਕ ਯੂ ਜੀ ਬਰਾੜ ਸਾਹਿਬ, ਥੈਂਕ ਯੂ ਜੀ। ਜੀ ਰਣਦੀਪ ਜੀ। ਹਾਂਜੀ ਦੇਖੋ ਜਿਹੜਾ ਐਡਵਾਂਸ ਵੋਟਿੰਗ ਦਾ ਰੈਕਡ ਇਹਦੇ ਦੋ ਚੀਜ਼ਾਂ ਦੀ ਰੀਜ਼ਨ ਹੈ। ਇੱਕ ਤਾਂ ਹੈਗਾ ਕਿ ਲੋਕਾਂ ਦਾ ਇੰਟਰਸਟ ਹੈ ਔਰ ਯੂਜਲੀ ਸਾਡੀ ਪਾਰਟੀ ਲਈ ਜਦੋਂ ਹਾਈ ਵੋਟ ਟਰਨਆਊਟ ਹੁੰਦਾ ਉਹ ਚੰਗਾ ਹੁੰਦਾ, ਦੈਟ ਮੀਨ ਉਹ ਆ ਰਹੇ ਆ। ਔਰ ਸੈਕੰਡ ਚੀਜ਼ ਹੈਗਾ ਕਿ ਕੋਵਿਡ ਕਰਕੇ ਕਈ ਲੋਕ ਪਹਿਲਾਂ ਪਾਉਣਾ ਚਾਹੁੰਦੇ ਆ, ਅਸੀਂ ਵੀ ਇਹ ਵਿਚਾਰ ਲੋਕਾਂ ਨਾਲ ਸਾਂਝੀ ਕੀਤੀ, ਲੋਕਾਂ ਨੇ ਵੀ। ਸੋ 18% ਜਿਹੜੇ 19% ਲੋਕ ਹੈਗੇ ਆ ਉਹ ਰਸ਼ ਮੰਡੇ ਵਾਲੇ ਰਸ਼ ਨਾਲੋਂ ਉਹ ਕਹਿ ਰਿਹਾ ਕਿ ਅਸੀਂ ਪਹਿਲਾਂ ਪਾ ਰਹੇ। ਇਹ ਟ੍ਰੈਂਡ ਜਨਰਲੀ ਵੱਧ ਰਿਹਾ, ਲੋਕ ਐਡਵਾਂਸ ਪੋਲ ਕੈਨੇਡਾ 'ਚ ਲਾਈਕ ਕਰਦੇ। 4 ਦਿਨ ਤੁਹਾਡੇ ਕੋਲ ਹੈਗੇ ਆ, ਤੁਸੀਂ ਖੁਸ਼ੀ ਨਾਲ ਜਾ ਕੇ ਉੱਥੇ ਵੋਟ ਪਾ ਸਕਦੇ ਆ, ਤੁਹਾਡਾ ਰਸ਼ ਨਹੀਂ ਹੈਗਾ, 9 to 9 ਹੈਗਾ। ਇਸ ਕਰਕੇ ਇਹ ਟ੍ਰੈਂਡ ਹੌਲੀ ਹੌਲੀ ਵਧੀ ਜਾਂਦਾ ਜਿਵੇਂ ਲੋਕ ਜਾਗਰਤ ਹੁੰਦੇ ਆ, ਐਡਵਾਂਸ ਵੋਟਿੰਗ ਹੁੰਦੀ। ਮੈਨੂੰ ਅਜੇ ਯਾਦ ਹੈ ਜਦੋਂ ਮੈਂ ਯੰਗਰ ਸੀਗਾ ਉਦੋਂ ਐਡਵਾਂਸ ਵੋਟ ਨਹੀਂ ਸੀ ਇੰਨੀ ਪ੍ਰੈਵਲੈਂਟ, ਹੁਣ ਐਡਵਾਂਸ ਵੋਟ ਬਹੁਤ ਪ੍ਰੈਵਲੈਂਟ ਹੈਗੀ ਔਰ ਦਿਨ ਵੀ ਕਾਫੀ ਹੁੰਦੇ ਆ। ਸੋ ਇਹਦਾ ਕਾਰਨ ਆ ਜਿੱਥੇ ਮੇਲ ਇਨ ਬੈਲਟ, ਐਕਚੁਅਲੀ ਮੇਲ ਇਨ ਬੈਲਟ ਵਿਕਟੋਰੀਆ ਵਰਗੇ ਸ਼ਹਿਰਾਂ 'ਚ ਬਹੁਤ ਹੋਇਆ, ਪਰ ਸਾਡੇ ਜਿਵੇਂ ਸ਼ਹਿਰਾਂ ਦੇ ਵਿੱਚ 2,500 ਮੇਲ ਇਨ ਬੈਲਟ ਰਿਕੁਐਸਟ ਹੋਏ, ਕੋਈ ਹਾਈ ਨਹੀਂ ਇੰਨੀ ਖਾਸ ਹਾਈ ਹੋਈ। ਆਈ ਥਿੰਕ ਉਹ ਏਰੀਆ ਬਾਈ ਏਰੀਆ ਜਿੱਦਾਂ ਲੋਕਾਂ ਨੂੰ ਕਿਸੇ ਤਰ੍ਹਾਂ ਫੀਰ ਹੈਗਾ ਜਾਂ ਉਹ ਸਿਆਣੇ ਜ਼ਿਆਦਾ ਹੈਗੇ ਆ ਜਿੱਥੇ ਉਹ ਰਾਈਡਿੰਗਾਂ 'ਚ ਉਹਨੀ ਮੇਲ ਇਨ ਬੈਲਟ ਜ਼ਿਆਦਾ ਆ, ਜਿੱਥੇ ਮੇਰੇ ਖਿਆਲ ਥੋੜ੍ਹੀ ਯੰਗਰ ਪਾਪੂਲੇਸ਼ਨ ਉਹਨਾਂ ਦੇ ਮੇਲ ਇਨ ਬੈਲਟ ਥੋੜ੍ਹੇ ਜਿਹਾ ਘੱਟ ਹੈਗੇ ਆ। ਸਿਆਣੇ ਕਈ ਜਿਹੜੇ ਜੱਕਦੇ ਆ ਬਾਹਰ ਜਾਣਾ ਜਾਂ ਕਨਵੀਨੀਅੰਸ ਲਾਈਕ ਕਰਦੇ ਕਿ ਸਾਡੇ ਘਰ ਹੀ ਬੈਲਟ ਆ ਜਾਊਗਾ, ਮੈਂ ਇੱਥੇ ਭਰ ਕੇ ਭੇਜ ਦੂੰਗਾ, ਉਹ ਉਹਨੀ ਰਿਕੁਐਸਟ ਜ਼ਿਆਦਾ ਕਿਤੇ ਜਿਵੇਂ ਵਿਕਟੋਰੀਆ
ਪੋਪੂਲੇਸ਼ਨ ਬਹੁਤ ਏਜਿੰਗ ਪੋਪੂਲੇਸ਼ਨ ਹੈਗੀ ਵਿਕਟੋਰੀਆ ਦੀ। ਜਿੱਥੇ ਹੋਰ ਗ੍ਰਾਫ ਦੀ ਉਹ ਗੱਲ ਕਰਦੇ ਆ ਯੰਗ ਪੀਪਲ ਜਾਂ ਉਹਨਾਂ ਦੀ ਵੋਟ ਦੀ, ਆਈ ਥਿੰਕ ਹਜੇ ਵੀ ਪ੍ਰੋਗਰੈਸਿਵ ਜਿਹੜੀ ਵੋਟ ਆ ਉਹ ਲਿਬਰਲ ਨੂੰ ਪਊਗੀ। ਆਈ ਥਿੰਕ ਜਦੋਂ ਉਹਨੇ ਵੋਟ ਪਾਉਣਾ ਐਟ ਦ ਬੈਲਟ ਬਾਕਸ, ਉੱਥੇ ਬਹੁਤ ਲੋਕ ਜਿਹੜੇ ਪ੍ਰੋਗਰੈਸਿਵ ਸਾਈਡ ਦੇ ਲੈਫਟ ਆਫ ਸੈਂਟਰ ਆ ਉਹ ਵੋਟ ਪਾ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਜੇ ਉਹਨੇ NDP ਨੂੰ ਪਾਤੀ ਉਹਨਾਂ ਨਾਲ ਕੰਜ਼ਰਵੇਟਿਵ ਸਰਕਾਰ ਬਣਨੀ ਆ। ਇਸ ਕਰਕੇ ਉਹ ਲਾਸਟ ਮਿੰਟ ਦੇ ਵਿੱਚ ਜਦੋਂ ਵੋਟ ਪਾਉਂਦੇ ਐਕਚੁਅਲੀ ਉਹ ਵੋਟ ਲਿਬਰਲ ਨੂੰ ਪਾ ਦਿੰਦੇ। ਔਰ ਮੈਂ ਉਹਨਾਂ ਨੂੰ ਅਰਜ਼ ਵੀ ਕਰੂੰਗਾ ਕਿ ਵੋਟ ਉਹ ਸਪਲਿਟ ਨਾ ਕਰਨ, ਜਿੰਨਾ ਕੰਜ਼ਰਵੇਟਿਵ ਪਾਰਟੀ ਜਿਹੜੀ ਕੋਈ ਬਿਲਕੁਲ ਉਹਨਾਂ ਦੇ ਆਪੋਜ਼ਿਟ ਖਿਆਲਾਂ ਦੀ ਆ ਉਹ ਆ ਜਾਵੇ ਜਦੋਂ ਉਹ ਵੋਟ ਪਾਉਣ, ਉਸ ਵੇਲੇ ਉਹ ਸੋਚ ਸਮਝ ਕੇ ਵੋਟ ਲਿਬਰਲ ਨੂੰ ਪਾਉਣ, ਉਹਦੇ ਨਾਲ ਜਿਹੜਾ ਪ੍ਰੋਗਰੈਸਿਵ ਵੋਟ ਆ ਉਹ ਜੇਤੂ ਹੋਊਗੀ। ਜੀ ਸੋ ਰਣਦੀਪ ਜੀ, ਜਿਸ ਤਰੀਕੇ ਨਾਲ ਹੁਣ ਫਸਟ ਕਾਲਰ ਜਿਹੜੇ ਆਏ ਸੀਗੇ ਉਹਨਾਂ ਨੇ ਗੱਲ ਕਹੀ ਸੀ, ਤੁਸੀਂ ਉਹਨਾਂ ਨੂੰ ਹੱਲ ਵੀ ਦੱਸਿਆ ਹੈਗਾ। ਉਹ ਨੋ ਡਾਊਟ ਇੱਦਾਂ ਦੇ ਕੇਸਿਸ ਸਾਡੇ ਕੋਲ ਕਈ ਤੁਸੀਂ ਕਹਿੰਦੇ ਹੋ ਵੀ ਆਉਂਦੇ ਨੇ। ਅਜਿਹੇ ਕੇਸਿਸ ਦੇ ਵਿੱਚ ਮੈਂ ਹਾਲ ਹੀ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਕੇਸ ਆਇਆ ਉਹਦੇ ਰਿਗਾਰਡਿੰਗ ਗੱਲ ਕਰਨਾ ਚਾਹਾਂਗੀ। ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਆਉਣਾ ਸੀਗਾ ਔਰ ਬਕਾਇਦਾ ਇੱਥੇ ਕਾਲਜਸ ਦੇ ਵਿੱਚ ਐਡਮਿਸ਼ਨ ਹੋ ਚੁੱਕੇ ਸੀ। ਪਹਿਲਾਂ ਤਾਂ ਇੰਨੀ ਦੇਰ ਤੋਂ ਆਨਲਾਈਨ ਕਲਾਸਿਸ ਲਗਾਈ ਰਹੇ ਸੀ, ਤਕਰੀਬਨ ਸਾਲ ਭਰ ਉਹਨਾਂ ਨੇ ਆਨਲਾਈਨ ਕਲਾਸਾਂ ਲਗਾਈਆਂ। ਉਸ ਤੋਂ ਬਾਅਦ ਅਪਰੂਵਲ ਮਿਲਿਆ ਤਾਂ ਸਟੂਡੈਂਟ ਇੱਧਰ ਨੂੰ ਆਏ ਸੀ, ਇਥੋਪੀਆ ਰੁਕੇ ਹੋਏ ਸੀਗੇ। ਘੱਟੋ ਘੱਟ 5-6 ਦਿਨ ਉੱਥੇ ਰੁਕੇ, ਭੁੱਖੇ ਪਿਆਸੇ, 에ਅਰਪੋਰਟ ਦੇ ਉੱਤੇ ਕੋਈ ਬੰਦੋਬਸਤ ਨਹੀਂ ਸੀਗੇ ਉਹਨਾਂ ਲਈ। ਇਨਫੈਕਟ ਉਹਨਾਂ ਦਾ ਸਮਾਨ ਉਹਨਾਂ ਦੇ ਕੋਲ ਨਹੀਂ ਸੀਗਾ ਤੇ ਉਹ ਕੱਪੜੇ ਵੀ ਨਹੀਂ ਚੇਂਜ ਕਰ ਪਾ ਰਹੇ ਸੀ। ਇਹ ਸਾਰੀਆਂ ਸ਼ਿਕਾਇਤਾਂ ਆਈਆਂ ਕਿਉਂਕਿ ਕੱਲ੍ਹ ਸਾਡੇ ਨਾਲ ਸਟੂਡੀਓ ਦੇ ਵਿੱਚ ਸਟੂਡੈਂਟ ਕੁਝ ਬੈਠੇ ਸੀਗੇ ਲਾਈਵ ਸ਼ੋਅ ਦੇ ਵਿੱਚ ਤੇ ਉਹਨਾਂ ਨੇ ਇਹ ਸਾਰੀਆਂ ਪਰੇਸ਼ਾਨੀਆਂ ਦੱਸੀਆਂ। ਉਹ ਕਹਿੰਦੇ ਸੀ ਕੰਟੈਕਟ ਵਿੱਚ ਰਹੇ ਉਹਨਾਂ ਨੂੰ ਬਕਾਇਦਾ ਕਾਲ ਕਰਦੇ ਰਹੇ, ਬਟ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ। ਐਟ ਦਾ ਐਂਡ ਉਹਨਾਂ ਸਾਰੇ ਸਟੂਡੈਂਟਸ ਨੂੰ ਰਿਫਿਊਜ਼ਲ ਦਾ ਮੈਸੇਜ ਆਇਆ। ਉਹ ਸਾਰੇ ਫਿਰ ਤੋਂ ਇੰਡੀਆ ਵਾਪਸ ਗਏ। ਉਹ ਜ਼ਿਆਦਾਤਰ ਉਹਦੇ ਵਿੱਚ ਪੰਜਾਬ ਦੇ ਸਟੂਡੈਂਟਸ ਜਿਹੜੇ ਉਹ ਸੀਗੇ। ਸੋ ਇਹ ਕੀ ਕਨਫਿਊਜ਼ਨ ਜਿਹੜੀ ਹੈ ਮੱਚੀ ਹੋਈ ਹੈ। ਮੇਰਾ ਸਵਾਲ ਇਹ ਹੈ ਤੁਹਾਨੂੰ ਰਣਦੀਪ ਜੀ, ਬੇਸ਼ੱਕ ਉਹ ਇਥੋਪੀਆ 'ਚ ਫਸੇ ਸੀ, ਇੰਡੀਆ ਤੋਂ ਚੜ੍ਹ ਚੁੱਕੇ ਹੋਏ ਸੀਗੇ, ਕੈਨੇਡਾ ਆਉਣਾ ਸੀਗਾ, ਕੈਨੇਡਾ ਦੇ ਵਿੱਚ ਐਡਮਿਸ਼ਨ ਉਹਨਾਂ ਦੀ ਹੋਈ ਹੈ, ਉਹਨਾਂ ਦੀ ਬਾਂਹ ਫੜਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਹਦੀ ਸੀਗੀ? ਇਹ ਕਨਫਿਊਜ਼ਨ ਨਹੀਂ ਸਮਝ ਆਉਂਦੀ। ਕੈਨੇਡਾ ਨੂੰ ਪੁੱਛੋ ਤਾਂ ਉਹ ਕਹਿੰਦੇ ਨੇ ਕਿ ਇੰਡੀਅਨ ਗਵਰਨਮੈਂਟ ਦਾ ਸੀਗਾ ਮਸਲਾ, ਇੰਡੀਅਨ ਗਵਰਨਮੈਂਟ ਇਹਦੇ ਤੇ ਕੁਝ ਨਹੀਂ ਕਰ ਰਹੀ। ਉਹਨਾਂ ਲੱਗਦਾ ਕੈਨੇਡਾ ਨੇ ਬਾਂਹ ਫੜਨੀ ਸੀ ਕਿਉਂਕਿ ਸਾਡਾ ਸਟੂਡੈਂਟ ਉਹਦੇ ਕੋਲ ਜਾ ਰਿਹਾ, ਐਡਮਿਸ਼ਨਸ ਹੋਈ ਆ ਉੱਥੇ ਕਾਲਜਸ ਦੇ ਵਿੱਚ। ਕਾਲਜ ਦੀ ਗੱਲ ਕੀਤੀ ਜਾਏ ਤਾਂ ਕਾਲਜ ਦੇ ਵੱਲੋਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ, ਕੋਈ ਈਮੇਲਸ ਨਹੀਂ ਆਈਆਂ। ਹੁਣ ਉਹਨਾਂ ਦੇ ਕੋਲ ਰਸਤਾ ਕੀ ਬਚਿਆ, ਉਹ ਕਰਨ ਕੀ ਅੱਗੇ? ਸੋ ਦੇਖੋ, ਜਦੋਂ ਕੋਈ ਵਿਅਕਤੀ ਆਪਣੇ ਕੰਟਰੀ ਤੋਂ ਲੀਵ ਕਰਦਾ ਹੋਰ ਕੰਟਰੀ ਨੂੰ ਵੀਜ਼ਾ ਲੈ ਕੇ, ਉਹ ਜਿੰਨਾ ਚਿਰ ਉਹ ਪਹੁੰਚਦਾ ਨਹੀਂ ਇਸ ਧਰਤੀ ਦੇ ਉੱਤੇ ਉਹਨਾਂ ਚਿਰ ਉਸ ਕੰਟਰੀ ਦੀ ਜ਼ਿੰਮੇਵਾਰੀ ਆ ਉਹਦੇ ਡਾਕੂਮੈਂਟ ਦੇਖਣੇ ਉਹ ਚੜ੍ਹਨ ਤੋਂ ਪਹਿਲਾਂ। ਔਰ ਯੂਜਲੀ ਉਹ 에ਅਰਲਾਈਨ ਦੀ ਜ਼ਿੰਮੇਵਾਰੀ ਹੁੰਦੀ ਆ। 에ਅਰਲਾਈਨ ਨੂੰ ਐਕਚੁਅਲੀ ਰਿਕੁਆਇਰਮੈਂਟ ਹੈ ਕਿ ਜੇ ਉਹਨਾਂ ਕੋਲ ਡਾਕੂਮੈਂਟੇਸ਼ਨ ਨਹੀਂ ਸੈਟਿਸਫੈਕਟਰੀ ਹੈਗੇ ਉਹ ਫੋਨ ਕਰ ਸਕਦੇ ਹੁੰਦੇ ਐਮਬੈਸੀ ਨੂੰ। ਉਹ ਤੇ ਦੱਸ ਦਿੰਦੇ ਕਿ ਆਹ ਵੀਜ਼ਾ ਨੰਬਰ ਸੋ ਚੜ੍ਹਨ ਲੱਗਾ ਰੀਜ਼ਨ ਕਰਕੇ, ਮੈਨੂੰ ਆਹ ਸਸਪੀਸ਼ੀਅਸ ਆ ਉਹਦਾ, ਜਾਂ ਮੇਰੇ ਕੋਲ ਆਹ ਉਹਦਾ ਡਾਕੂਮੈਂਟ ਨਹੀਂ ਹੈਗਾ। ਉਹ ਪੁੱਛ ਸਕਦੇ, ਉਹਨਾਂ ਕੋਲ 24 ਆਵਰ ਕਾਲਰ ਹੁੰਦੇ ਆ, ਉਹ ਚੈੱਕ ਕਰਕੇ ਦੱਸ ਦਿੰਦੇ ਨਹੀਂ ਵੈਲਿਡ ਆ, ਜਾਂ ਆਹ ਪੁੱਛ ਲਓ ਉਹਨੂੰ, ਜੇ ਆਹ ਸੈਟਿਸਫੈਕਟਰੀ ਆਨਸਰ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਮੋੜ ਦਿਓ। ਉਹ ਸਟਾਰਟ ਦੀ ਫਲਾਈਟ ਤੋਂ ਸ਼ੁਰੂਆਤ ਦੇ ਵਿੱਚ ਹੀ ਕਰ ਦਿੰਦੇ। ਫੋਰ ਐਗਜ਼ਾਮਪਲ ਦਿੱਲੀ ਦੇ ਵਿੱਚ ਜਦੋਂ ਜੇ ਉਹ ਨਹੀਂ ਹੈਗਾ ਤਾਂ ਉਹ ਐਕਚੁਅਲੀ 에ਅਰਲਾਈਨ ਦਾ ਖਰਚ ਵੀ ਪੈਂਦਾ ਕਿ ਉਹ 에ਅਰਲਾਈਨ ਨੂੰ ਆਪਣੇ ਖਰਚੇ ਤੇ ਉਹਨਾਂ ਨੂੰ ਵਾਪਸ ਲੈ ਜਾਣਾ ਪੈਂਦਾ ਜੇ ਉਹਨਾਂ ਕੋਲ ਡਾਕੂਮੈਂਟੇਸ਼ਨ ਨਹੀਂ ਹੈਗੀ। ਸੋ 에ਅਰਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉੱਥੇ ਛਾਣਬੀਨ ਕਰਨੀ, ਤੁਹਾਡਾ ਪਾਸਪੋਰਟ ਤਾਂ ਨਹੀਂ, ਥੋੜੀ ਮਿਆਦ ਦਾ ਐਕਸਪਾਇਰ ਤਾਂ ਨਹੀਂ ਹੈਗਾ, ਵੀਜ਼ਾ ਵੈਲਿਡ ਆ, ਵੀਜ਼ਾ ਦੇ ਨਾਲ ਹੋਰ ਡਾਕੂਮੈਂਟੇਸ਼ਨ ਤਾਂ ਨਹੀਂ ਚਾਹੀਦੀ, ਉਹ ਤੁਹਾਡੀ ਲਿਆਂਦੀ ਗਈ ਹੈ। ਜਿਹੜਾ ਕਿ ਇਹ ਹੋਇਆ, ਇਹ ਸਮਹਾਓ ਉਹਨਾਂ ਦੀ 에ਅਰਲਾਈਨ ਦੇ ਵਿੱਚ ਤਾਂ ਇੰਡੀਅਨ ਦੇ ਜਿਹੜੇ ਉੱਥੇ ਦੇ ਵਰਕਰ ਹੈਗੇ ਆ ਜਿਹਨੀ ਉਹ ਛਾਣਬੀਨ ਕੀਤੀ ਡਾਕੂਮੈਂਟ ਦੀ, ਉਹ ਨਹੀਂ ਪ੍ਰੋਪਰਲੀ ਨਹੀਂ ਕੀਤੀ, ਜਿਹਦੇ ਕਰਕੇ ਖੱਜਲ ਖਰਾਬਾ ਹੋਇਆ। ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਨੂੰ ਬੜੀ ਤਕਲੀਫ ਆਈ, 5-7 ਦਿਨ ਉਹਨਾਂ ਨੂੰ ਰਹਿਣਾ ਪਿਆ ਉੱਥੇ ਉਹ ਖੱਜਲ ਖਰਾਬਾ। ਪਰ ਉਹ ਅਵੋਇਡ ਹੋ ਸਕਦਾ ਸੀ ਜੇ ਉਹ ਸਕਰੀਨਿੰਗ ਪ੍ਰੋਪਰ ਕੀਤੀ ਜਾਂਦੀ, ਕਿਉਂਕਿ 에ਅਰਲਾਈਨ ਦਾ ਵੀ ਨੁਕਸਾਨ ਹੈ ਉਹਨਾਂ ਨੂੰ। ਹੁਣ ਉਹ ਸ਼ਟਲ ਬੈਕ ਕਰਨੇ ਪਏ, ਉਹਨਾਂ ਦਾ ਨੁਕਸਾਨ, ਉਹਨਾਂ ਦੀ ਫਲਾਈਟ ਦਾ ਖਰਚ ਹੋਇਆ। ਸੋ ਜੇ ਉਹ ਪਹਿਲਾਂ ਕਰਦੇ ਪ੍ਰੋਪਰਲੀ, ਇਹ ਨਹੀਂ ਸੀ ਹੋਣਾ ਚਾਹੀਦਾ। ਲੱਗਦਾ ਹੀ ਨਹੀਂ ਪਹਿਲੀ ਵਾਰੀ ਇਹ ਰੂਟ ਲਿਆ ਜਾਂ ਇਹਨਾਂ ਨੂੰ ਨਹੀਂ ਸੀ ਪੂਰੀ ਜਾਣਕਾਰੀ ਕਿ ਕਿਹੜੇ ਡਾਕੂਮੈਂਟ ਅਸੀਂ ਪ੍ਰੋਪਰਲੀ ਦੇਖਣੇ ਚਾਹੀਦੇ ਚੜ੍ਹਨ ਤੋਂ ਪਹਿਲਾਂ। ਜੀ ਸੋ ਹੁਣ ਉਹਨਾਂ ਦਾ ਕੋਈ ਹੱਲ ਹੈ ਕਿਉਂਕਿ ਇੱਕ ਹੋਪਲੈਸ ਜਿਹੜੀ ਹੈ ਉਹ ਹੋ ਚੁੱਕੇ ਹੋਏ ਨੇ ਸਾਰੇ ਸਟੂਡੈਂਟਸ। ਹੁਣ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਾਲਜ ਦੇ ਵੱਲੋਂ ਵੀ ਸਾਨੂੰ ਕੋਈ ਲੈਟਰ ਆ ਜਾਵੇ, ਹੁਣ ਅਸੀਂ ਕਦੋਂ ਤੱਕ ਫਲਾਈ ਕਰ ਸਕਦੇ ਹਾਂ। ਸੋ ਕਿਵੇਂ ਇਸ ਰੀਜ਼ਨ ਨੂੰ ਜਿਹੜਾ ਸਾਰਾ ਖਤਮ ਕੀਤਾ ਜਾ ਰਿਹਾ ਇਹਦੇ ਸੰਬੰਧੀ ਜ਼ਰੂਰ ਇਹ ਦੱਸਿਓ। ਇੱਕ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਰੀ ਜੀ ਜੀ ਰਣਦੀਪ ਸਰਾਏ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਣਦੀਪ ਸਰਾਏ ਨਾਲ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਿਹੜਾ ਹੁਣ ਕੰਜ਼ਰਵੇਟਿਵ ਦਾ ਗ੍ਰਾਫ ਜਿਹੜਾ ਉੱਪਰ ਆਇਆ ਜਾਂ ਬਰਾਬਰ ਹੈ ਇਸ ਵੇਲੇ, ਕਿਤੇ ਇਹ ਗੱਲ ਤਾਂ ਨਹੀਂ ਵੀ ਲੋਕ ਜਿਹੜੇ ਹੁੰਦੇ ਆ ਉਹ ਕਈ ਵਾਰੀ ਇਹਨਾਂ ਕੰਟਰੀਆਂ 'ਚ, ਇੰਗਲੈਂਡ ਹੋਇਆ, ਇੱਥੇ ਹੋਇਆ, ਕਈ ਵਾਰੀ ਹੁੰਦੇ ਆ ਵੀ ਦੋ ਇਲੈਕਸ਼ਨਾਂ ਬਾਅਦ ਜੇ ਕੋਈ ਪਾਰਟੀ ਪਾਵਰ 'ਚ ਰਵੇ ਤਾਂ ਫਿਰ ਉਹਦੇ ਚੇਂਜ ਚਾਹੁੰਦੇ ਹੁੰਦੇ ਆ। ਕਿਆ ਇਹੀ ਰੀਜ਼ਨ ਤਾਂ ਨਹੀਂ ਹੈ ਫਿਰ ਲੋਕ ਚੇਂਜ ਚਾਹੁੰਦੇ ਆ?
ਹੁਣ ਟਰੂਡੋ ਨੇ ਇੰਨਾ ਚੰਗਾ ਕੰਮ ਕੀਤਾ, ਇੰਨਾ ਯੰਗ ਲੁਕਿੰਗ ਪ੍ਰਾਈਮ ਮਿਨਿਸਟਰ ਹੈ, ਇੰਨਾ ਭਲਾ ਮਾਨਸ ਪ੍ਰਾਈਮ ਮਿਨਿਸਟਰ, ਮੈਂ ਉਹਨੂੰ ਕਹੂੰਗਾ ਜੀ ਵੀ ਕੀ ਗੱਲ ਆ ਵੀ ਹੁਣ ਕੰਜ਼ਰਵੇਟਿਵ ਪਾਰਟੀ ਬਰਾਬਰ ਕਿਉਂ ਆ ਗਈ ਆ? ਅੱਗੇ ਪਹਿਲਾਂ ਲਿਬਰਲ ਪਾਰਟੀ ਕਾਫੀ ਇਲੈਕਸ਼ਨ ਤੋਂ ਅਨਾਉਂਸ ਕਰਨ ਤੋਂ ਪਹਿਲਾਂ ਉੱਤੇ ਸੀਗਾ ਜੀ ਵੀ ਇਹਦਾ ਇਹ ਤਾਂ ਨਹੀਂ ਕਾਰਨ ਵੀ ਲੋਕ ਹੁਣ ਚੇਂਜ ਚਾਹੁੰਦੇ ਆ, ਕਿਉਂਕਿ ਇਹਨਾਂ ਮੁਲਕਾਂ 'ਚ 2 ਇਲੈਕਸ਼ਨਾਂ ਬਾਅਦ ਲੋਕ ਚੇਂਜ ਚਾਹੁਣ ਲੱਗ ਪੈਂਦੇ ਹੁੰਦੇ ਆ ਜੀ ਤੇ ਪਰ ਅਸੀਂ ਨਹੀਂ ਚਾਹੁੰਦੇ ਵੀ ਲਿਬਰਲ ਪਾਰਟੀ ਹਾਰੇ, ਪਰ ਇਹ ਕੀ ਕਾਰਨ ਹੈ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ। ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਜੀ। ਰਣਦੀਪ ਜੀ ਪਹਿਲਾਂ ਆਪਾਂ ਕਾਲਰ ਦੇ ਸਵਾਲ ਤੇ ਹੀ ਗੱਲ ਕਰਦੇ ਦੇਖੋ ਹਾਂ। ਆਈ ਥਿੰਕ ਕੋਈ ਚੇਂਜ ਦੀ ਕੋਈ ਹੈ ਨਹੀਂ, ਕੋਈ ਬਦਲਾਅ ਦਾ ਕੋਈ ਹਵਾ ਨਹੀਂ ਹੈਗੀ। ਔਰ ਜਿਹੜਾ ਉਹਨਾਂ ਦਾ ਐਕਚੁਅਲੀ ਗ੍ਰਾਫ ਹੈ ਜੇ ਦੇਖੋ ਉਹਨਾਂ ਦਾ ਜਿਹੜਾ ਬੇਸ ਆ 31% ਹੁੰਦਾ, ਉਹ ਬੇਸ ਹੀ ਆ ਉੱਥੇ ਹੈਗਾ। ਸੋ ਬੇਸ ਦਾ ਬਾਕੀ ਜਿਹੜਾ ਐਕਚੁਅਲ ਪਰਸੂਏਡੇਬਲ ਵੋਟ ਆ ਜਿਹੜੀ 4-5% ਹੁੰਦੀ ਜਿਹੜੀ ਡਿਸਾਈਡ ਕਰਦੀ ਹੁੰਦੀ ਆ, ਉਹ ਨਹੀਂ ਅਜੇ ਜ਼ਾਹਰ ਹੋ ਕੇ ਆਈ ਆ। ਉਹ ਪਤਾ ਲੱਗੂਗਾ, ਉਹ ਕੁਆਇਟ ਹੈਗੀ ਆ, ਉਹ ਵੋਟ ਪਾ ਕੇ ਡਿਟਰਮਿਨ ਕਰੂਗੀ ਉਹਨਾਂ ਦਾ। ਆਈ ਥਿੰਕ ਇਸ ਕਰਕੇ ਕੋਈ ਉਹਨਾਂ ਦਾ ਵੀ ਅਪ ਨਹੀਂ ਹੈਗਾ ਗ੍ਰਾਫ। ਜੇ ਆਪਾਂ ਦੇਖੀਏ ਤਾਂ ਗ੍ਰਾਫ ਅਪ ਨਹੀਂ ਹੈਗਾ। ਜੇ ਇਨਫੈਕਟ ਮੋਮੈਂਟਮ ਪਿਛਲੇ 6-7 ਦਿਨਾਂ ਦੇ ਵਿੱਚ ਹੋਇਆ ਡਿਬੇਟ ਤੋਂ ਬਾਅਦ, ਉਹ ਮੋਮੈਂਟਮ ਟਰੂਡੋ ਦੇ ਹੱਕ ਦੇ ਵਿੱਚ ਹੋਇਆ। ਇਹ 3-4% ਅਪ ਹੋਏ ਆ ਪੋਲਾਂ ਦੇ ਵਿੱਚ, ਚਾਹੇ ਆਪਾਂ BC ਦੇ ਦੇਖੀਏ ਚਾਹੇ ਨੈਸ਼ਨਲੀ ਦੇਖੀਏ। ਸੋ ਮੋਮੈਂਟਮ ਟਰੂਡੋ ਦੇ ਹੱਕ 'ਚ, ਔਰ ਹਰ ਵਾਰੀ ਟਰੂਡੋ ਸਾਹਿਬ ਔਰ ਲਿਬਰਲ ਗਵਰਨਮੈਂਟ ਲਾਸਟ ਸਟ੍ਰੈਚ ਦੇ ਵਿੱਚ ਮੋਮੈਂਟਮ ਇਹਨਾਂ ਦੇ ਹੱਕ 'ਚ ਰਿਹਾ। ਸੋ ਉਹ ਆਈ ਥਿੰਕ ਮੋਮੈਂਟਮ ਦੇ ਅਨੁਸਾਰ ਲਿਬਰਲ ਸਰਕਾਰ ਹੀ ਵਾਪਸ ਆਊਗੀ। ਲੋਕਾਂ ਨੇ ਜਦੋਂ ਵੋਟ ਪਾਉਣਾ ਤੇ ਡਾਲਣੀ, ਉਸ ਵੇਲੇ ਉਹ ਤੁਹਾਨੂੰ ਦੱਸ ਪਣਾ ਕਿ ਐਕਚੁਅਲੀ ਹਾਇਰ ਹੈਗਾ। ਉਹ ਜਿਹੜੀ ਕੰਜ਼ਰਵੇਟਿਵ ਦੀ ਵੋਟ ਆ, ਉਹਨਾਂ ਇਲਾਕਿਆਂ ਜਿੱਥੇ ਆਲਰੇਡੀ ਅੱਗੇ ਹੈਗੇ ਉਹਨਾਂ 'ਚ ਹੀ ਉਹ ਹਾਈਅਰ ਕਨਸੈਂਟਰੇਸ਼ਨ ਹੋ ਜਾਂਦੀ ਹੈ। ਪਰ ਉਹਨਾਂ ਦੀ ਵੀ ਇੱਕ ਬੜੀ ਵੱਡੀ ਚੈਲੰਜ ਆ ਜਿਹੜੀ PPC ਦੀ ਹੈਗੀ ਆ ਕਿ ਪੀਪਲਜ਼ ਪਾਰਟੀ ਵਾਲੇ, ਉਹਨਾਂ ਦੀ ਤਕਰੀਬਨ 7% ਇਸ ਵੇਲੇ ਪੋਲ ਹੋ ਰਿਹਾ। ਉਹਨਾਂ ਦੀ ਵੋਟ ਹੀ ਉਹ ਨਹੀਂ ਤੋੜਨੀ, ਉਹਨਾਂ ਨੇ ਲਿਬਰਲ ਦੀ ਕੋਈ ਵੋਟ ਨਹੀਂ ਤੋੜਨੀ। ਉਹ ਜੇ ਤੋੜੂਗੇ ਤਾਂ ਜਾਂ NDP ਦੇ ਤੋੜਨਗੇ ਤਾਂ ਜਾਂ ਉਹ ਕੰਜ਼ਰਵੇਟਿਵ ਦੇ ਮੈਜੋਰਟੀ ਕੰਜ਼ਰਵੇਟਿਵ ਦੇ 2/3 ਤਾਂ 1/3 ਉਹ NDP ਦੀ ਵੋਟ ਤੋੜਨਗੇ। ਸੋ ਜੇ ਹੋਇਆ ਤਾਂ ਉਹਨਾਂ ਦਾ ਨੁਕਸਾਨ ਉਧਰੋਂ ਹੋਣਾ। ਰਣਦੀਪ ਜੀ ਜਿਹੜੀ ਸਰਵੇ ਹੁੰਦੇ ਨੇ ਇਹ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ ਦੇ ਉੱਤੇ ਵੀ ਅਲੱਗ ਜਿਹੀ ਇੱਕ ਛਾਪ ਜੀ ਤਾਂ ਛੱਡ ਦਿੰਦੇ ਨੇ, ਇੱਕ ਪ੍ਰਭਾਵ ਛੱਡ ਦਿੰਦੇ ਨੇ। ਲੋਕ ਚਾਹੇ ਬੇਸ਼ੱਕ ਲਿਬਰਲ ਨਾਲ ਜਾਣਾ ਚਾਹੁੰਦੇ ਹੋਣ, ਬਟ ਜਦੋਂ ਪੋਲ ਸਾਹਮਣੇ ਆਉਂਦੇ ਨੇ, ਇਦਾਂ ਦੇ ਸਰਵੇ ਹੋ ਜਾਂਦੇ ਨੇ, ਤਾਂ ਲੋਕਾਂ ਨੂੰ ਲੱਗਦਾ ਯਾਰ ਇਹ ਪਾਰਟੀ ਅੱਗੇ ਚੱਲ ਰਹੀ ਹੈ, ਕੰਜ਼ਰਵੇਟਿਵ ਚੱਲ ਰਹੀ, ਇਸੇ ਦੌਰ 'ਚ ਮੈਂ ਵੀ ਸ਼ਾਮਿਲ ਹੋ ਜਾਣਾ ਕਿਉਂਕਿ ਐਟਲੀਸਟ ਉਹ ਜਿੱਤ ਰਹੇ ਨੇ, ਬਰਾਬਰਤਾ ਤੇ ਚੱਲ ਰਹੇ ਨੇ। ਇਹ ਗੱਲ ਤੁਸੀਂ ਮੰਨਦੇ ਹੋ? ਨਹੀਂ, ਆਈ ਥਿੰਕ ਲੋਕ ਜਦੋਂ ਵੋਟ ਪਾਉਂਦੇ ਉਹ ਆਪਣੇ ਖਿਆਲਾਂ ਦੇ ਆਪਣੇ ਐਕਸਪੀਰੀਅੰਸ ਨਾਲ ਵੋਟ ਪਾਉਂਦੇ ਆ। ਉਹ ਕੋਈ ਪੋਲ ਨੂੰ ਦੇਖ ਕੇ ਨਹੀਂ ਪਾਉਂਦੇ। ਪੋਲ ਨੂੰ ਦੇਖਣ ਵਾਲੇ ਲੋਕ ਜਿਹੜੇ ਹੁੰਦੇ ਆ ਉਹ ਸਾਡੇ ਵਰਗੇ ਜ਼ਿਆਦਾ ਹੁੰਦੇ ਜਿਹੜੇ ਕਿ ਉਹ ਰੇਸ ਦੇ ਵਿੱਚ ਆ ਜਾਂ ਬਹੁਤ ਉਤਸ਼ਾਹ ਦਿੰਦੇ ਆ। ਐਵਰੇਜ ਜਿਹੜੀ ਪਬਲਿਕ ਆ ਉਹ ਆਪਣੇ ਐਕਸਪੀਰੀਅੰਸ ਦੇ ਨਾਲ ਆਪਣੇ ਖਿਆਲ ਵੱਲ ਦੇਖ ਕੇ ਉਹ ਕਰਦੇ ਹੁੰਦੇ। ਉਹ ਆਪਣੇ ਨਿਊਜ਼ਪੇਪਰ ਪੜ੍ਹ ਕੇ, ਹੁਣ ਇੰਟਰਨੈਟ ਤੇ ਦੇਖ ਕੇ, ਪਾਲਿਸੀ ਦੇ ਪਲੇਟਫਾਰਮ ਕੀ ਦੇਖ ਕੇ ਕਿ ਕਿਹੜਾ এনवायरमेंट ਦੇ ਵਿੱਚ ਬੈਟਰ ਹੈਗਾ, ਕਿਹੜਾ ਫਿਜ਼ੀਕਲ ਰਿਸਪੌਂਸਿਬਿਲਿਟੀ ਬੈਟਰ ਹੈਗਾ, ਕਿਹੜਾ ਗਵਰਨਮੈਂਟ ਸਰਵਿਸਿਜ਼ ਬੈਟਰ, ਕਿਹੜਾ ਡਿਲੀਵਰ ਕਰਦਾ ਉਹਦੇ ਇਲਾਕੇ ਦੇ ਵਿੱਚ ਰਿਜ਼ਲਟਸ, ਉਹ ਦੇਖ ਕੇ ਵੋਟ ਪਾਉਂਦੇ ਹੁੰਦੇ ਆ। ਸੋ ਉਹ ਬਲੈਕ ਐਂਡ ਵਾਈਟ ਨਹੀਂ ਹੁੰਦਾ। ਹਾਂ, ਜਿਵੇਂ ਸਪੋਰਟਸ ਐਨਾਲਿਸਿਸ ਹੁੰਦੇ ਆ, ਉਹ ਦੇਖਦੇ ਹੁੰਦੇ ਗੇਮ ਤੋਂ ਪਹਿਲਾਂ ਸਟੈਟਿਸਟਿਕਸ ਵਗੈਰਾ ਜਾਂ ਹੋਰ ਚੀਜ਼ਾਂ, ਉਹ ਸ਼ੌਂਕ ਦੇ ਤੌਰ ਤੇ ਦੇਖਦੇ ਆ, ਵਾਟਰ ਕੂਲਰ ਕਨਵਰਸੇਸ਼ਨ। ਪਰ ਜਦੋਂ ਤੁਸੀਂ ਐਕਚੁਅਲੀ ਪਲੇ ਕਰਨਾ, ਉਹ ਤਾਂ ਉਹੀ ਖਿਡਾਰੀਆਂ ਨੂੰ ਖੇਲਣਾ ਪੈਣਾ। ਜਦੋਂ ਤੁਸੀਂ ਵੋਟ ਪਾਉਣੀ, ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਵੋਟ ਪਾਉਣੀ ਆ। ਉਹ ਮੈਜੋਰਟੀ ਜੇ ਤੁਸੀਂ ਕੈਨੇਡੀਅਨਸ ਦੇਖੋ, ਉਹਨਾਂ ਦਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਪਿਛਲੇ 6 ਸਾਲਾਂ। ਉਹਦੇ ਮੁਤਾਬਕ ਲਿਬਰਲ ਪਾਰਟੀ ਨੂੰ ਮੈਜੋਰਟੀ ਤਰੀਕੇ ਦੇ ਵਿੱਚ ਵੋਟ ਪਾਉਣਗੇ। ਜੀ, ਸੋ ਅਗਲਾ ਸਵਾਲ ਸੀਗਾ ਕਿ ਇਥੋਪੀਆ 'ਚ ਜਿਹੜੇ ਸਟੂਡੈਂਟਸ ਬੈਠੇ ਸੀ ਵਾਪਸ ਚਲੇ ਗਏ, ਹੁਣ ਉਹਨਾਂ ਦਾ ਹੱਲ ਕੀ ਹੈ? ਕਿ ਉਹਨਾਂ ਵਾਸਤੇ ਕੁਝ ਕਰੋਗੇ? ਕੋਈ ਹੱਲ ਹੋ ਸਕਦਾ ਵੀ ਉਹ ਜਿੰਨੀ ਹੋਪ ਛੱਡ ਚੁੱਕੇ ਹੋਏ ਨੇ ਉਹ ਫਿਰ ਤੋਂ ਉਮੀਦ ਬਰਕਰਾਰ ਰੱਖਣ ਤੇ ਕੈਨੇਡਾ ਐਡਮਿਸ਼ਨਸ ਲੈ ਚੁੱਕੇ ਉਹ ਵਾਪਸ ਆ ਸਕਣ? ਸ਼ੋਰ ਉਹ ਦੇਖਣ ਜਾ ਕੇ ਉਹਨਾਂ ਦਾ ਕਿਹੜਾ ਵਿਗਨ ਸੀਗਾ, ਉਹਨਾਂ ਦੇ ਬੱਚਿਆਂ ਦੀ ਫਾਈਲ ਦੇ ਵਿੱਚ ਵੀਜ਼ਾ ਸੀਗਾ ਇਨਵੈਲਿਡ, ਕਿ ਉਹਨਾਂ ਦਾ ਜਿਹੜਾ ਮੈਡੀਕਲ ਨਹੀਂ ਸੀ ਕਰਵਾਇਆ ਗਿਆ ਪਹਿਲਾਂ ਪ੍ਰਾਇਰ, ਜਾਂ ਉਹਨਾਂ ਕੋ ਐਡਮਿਸ਼ਨ ਦਾ ਜਿਹੜਾ ਲੈਟਰ ਦੇ ਵਿੱਚ ਕੋਈ ਫਾਲਟ ਹੈ। ਜੋ ਵੀ ਡਾਕੂਮੈਂਟੇਸ਼ਨ ਹੈ ਉਹ ਸਭ ਤੋਂ ਪਹਿਲਾਂ ਉਹਨੂੰ ਚੈੱਕ ਕਰਨ। ਉਹ ਚੈੱਕ ਕਰਕੇ ਐਮਬੈਸੀ ਦੇ ਨਾਲ ਕੰਸਲਟ ਕਰਕੇ ਜਾਂ ਜਿਹੜੇ ਲੀਗਲ ਐਕਸਪਰਟਸ ਆ ਚੈੱਕ ਕਰਕੇ ਵੈਰੀਫਾਈ ਕਰਕੇ ਫਿਰ ਦੁਬਾਰਾ ਚੜ੍ਹਨ ਆਪਣੀ ਫਲਾਈਟ ਤੇ। ਜੇ ਉਹਨਾਂ ਕੋਲ ਚੀਜ਼ ਕੋਈ ਕਰਾਉਣ ਵਾਲੀ ਆ ਤਾਂ ਉਹ ਕਰਵਾ ਲੈਣ ਪਹਿਲਾਂ। ਆਈ ਥਿੰਕ ਇਹੀ ਚੀਜ਼ ਦੇ ਵਿੱਚ ਹੋਈ ਹੈ ਗੱਲ। ਜੀ ਰਣਦੀਪ ਜੀ, ਜਿਨ੍ਹਾਂ ਦੇ ਪੈਰੈਂਟਸ ਇੱਥੇ ਆਣੇ ਨੇ, ਜਿਨ੍ਹਾਂ ਦੇ ਮਾਪੇ ਆਣੇ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਤੇ ਦੂਜਾ ਜਿਹੜੇ ਸਪਾਊਸ ਕੇਸ ਵਾਲੇ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਹਰ ਸ਼ੋਅ ਦੇ ਵਿੱਚ ਅਸੀਂ ਗੱਲ ਤਾਂ ਕਰਦੇ ਹਾਂ, ਬਟ ਉਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਹੁੰਦੀ ਵੀ ਚਲੋ ਸ਼ਾਇਦ ਮੇ ਵੀ ਇਸ ਹਫਤੇ ਕੋਈ ਅਨਾਉਂਸਮੈਂਟ ਹੋ ਜਾਏ ਜਾਂ 10 ਦਿਨਾਂ ਦੇ ਵਿੱਚ ਕੋਈ ਸਾਨੂੰ ਰਿਪਲਾਈ
ਆ ਜਾਏ ਵੀ ਉਹ ਆ ਸਕਦੇ ਨੇ ਇੱਥੇ ਬਿਨਾਂ ਕਿਸੇ ਦਿੱਕਤ ਦੇ। ਖੈਰ ਇੱਕ ਰੀਜ਼ਨ ਇਹ ਮੰਨਿਆ ਜਾ ਰਿਹਾ ਵੀ ਡਾਇਰੈਕਟ ਫਲਾਈਟਾਂ ਨਹੀਂ ਹੈ ਤਾਂ ਇਹ ਵੀ ਇੱਕ ਵਿਘਨ ਆ ਰਿਹਾ। ਡਾਇਰੈਕਟ ਫਲਾਈਟਾਂ ਵਾਲਾ ਇਸ਼ੂ ਸੋਲਵ ਹੋ ਸਕਦਾ। ਔਰ ਇਹਦੇ ਵਿੱਚ ਇੱਕ ਸਵਾਲ ਮੈਨੂੰ ਹੋਰ ਧਿਆਨ ਦੇ ਵਿੱਚ ਆਇਆ, ਸਟੂਡੈਂਟਸ ਕੱਲ੍ਹ ਇਹ ਗੱਲ ਕਹਿ ਰਹੇ ਸੀਗੇ ਜਿਹੜੇ ਇੱਥੋਂ ਦੇ ਸੀ ਇੰਟਰਨੈਸ਼ਨਲ ਸਟੂਡੈਂਟ, ਉਹ ਕਹਿ ਰਹੇ ਸੀਗੇ ਵੀ ਇਹਦੇ ਨਾਲੋਂ ਬੈਟਰ ਨਹੀਂ ਸੀਗਾ ਵੀ ਜੇ ਆਈਸੋਲੇਸ਼ਨ ਕਰ ਦਿੰਦੇ, ਬੇਸ਼ੱਕ ਡਾਇਰੈਕਟ ਫਲਾਈਟਾਂ ਖੋਲ੍ਹ ਦੇਣ, ਆਈਸੋਲੇਟ ਇੱਥੇ ਕਰ ਦੇਣ ਤਾਂ ਉਹ ਹੱਲ ਬੈਟਰ ਰਹੇਗਾ ਰੈਦਰ ਦੈਨ ਕਿ ਉਹ ਦੂਜੀਆਂ ਕੰਟਰੀਆਂ ਦੇ ਵਿੱਚੋਂ ਜਦੋਂ ਗੁਜ਼ਰ ਕੇ ਆ ਰਹੇ ਨੇ ਤੇ ਉਹਨਾਂ ਵਾਸਤੇ ਬਹੁਤ ਰਿਸਕੀ ਹੈ, ਖਤਰਾ ਹੈ ਸਾਰਿਆਂ ਨੂੰ। ਸੋ ਡਾਇਰੈਕਟ ਫਲਾਈਟ ਕਰਕੇ ਆਈਸੋਲੇਟ ਕਰਨਾ ਹੀ ਸਾਡੇ ਵਾਸਤੇ ਸਹੀ ਡਿਸੀਜਨ ਸੀਗਾ। ਦੇਖੋ ਜਦੋਂ ਅਸੀਂ ਆਈਸੋਲੇਟ ਕਰਦੇ ਸੀ ਉਦੋਂ ਸਾਰੇ ਕਹਿੰਦੇ ਸੀ ਇਹ ਬਹੁਤ ਸਾਡੇ ਨਾਲ ਨੁਕਸਾਨਦਾਰ, ਇਹਦਾ ਖਰਚ ਬਹੁਤ ਸਾਨੂੰ ਪੈਂਦਾ। ਇਹਨਾਂ ਹੁਣ ਆਈਸੋਲੇਟ ਜਦੋਂ ਕਰੋਗੇ ਤੁਸੀਂ $200-250 ਦਿਹਾੜੀ ਦਾ ਤੁਸੀਂ ਹੋਟਲ ਦਾ ਕਾਸਟ ਦਿਓਗੇ। 15 ਦਿਨ ਜੇ ਤੁਸੀਂ ਰਹੋਗੇ, ਜੇ 15 ਦਿਨ ਆਈਸੋਲੇਸ਼ਨ ਰਹੂਗੀ ਤਾਂ ਤੁਹਾਡਾ $3,000 ਤੋਂ $4,000 ਉਹ ਖਰਚ ਵੀ ਲੱਗੂਗਾ। ਸੋ ਉਹ ਵੀ ਨਹੀਂ ਲੋਕ ਖੁਸ਼ ਹੋ ਗਏ, ਫਿਰ ਉਹਦੇ ਵਿੱਚ ਬਹੁਤ ਅਪਸੈਟ ਹੁੰਦੇ ਆ। ਔਰ ਉਹਦੇ ਨਾਲ ਇਹ ਚੈਲੰਜ ਹੁੰਦਾ ਕਿ ਆਈਸੋਲੇਸ਼ਨ ਤੋਂ ਪਹਿਲਾਂ ਤੱਕ ਉਹ ਬਹੁਤ ਲੋਕਾਂ ਨੂੰ ਇਨਫੈਕਟ ਕਰ ਦਿੰਦੇ ਆ। ਜਦੋਂ ਆਉਂਦੇ ਇੱਕ ਪਲੇਨ ਦੇ ਵਿੱਚ ਇਕੱਲਾ ਸਟੂਡੈਂਟ ਨੇ ਨਹੀਂ ਆਉਣਾ, ਉਹਦੇ ਵਿੱਚ ਹੋਰ ਵੀ ਵਿਅਕਤੀਆਂ ਨੇ ਆਉਣਾ। ਜਦੋਂ ਬਾਕੀ ਵਿਅਕਤੀ ਆਉਂਦੇ ਉਹਨਾਂ ਨੂੰ ਵੀ ਜੇ ਤੁਸੀਂ 15 ਦਿਨ ਆਈਸੋਲੇਟ ਕਰੋਗੇ, ਜੇ ਉਹ ਕੈਨੇਡੀਅਨ ਹੈਗੇ ਆ ਉਹ ਕਹਿਣਗੇ ਕਿ ਸਾਨੂੰ ਕਿਉਂ ਆਈਸੋਲੇਟ ਕੀਤਾ। ਸੋ ਉਹਦੇ ਨਾਲ ਉਹ ਜੇ ਉੱਥੋਂ ਉਹਨਾਂ ਤੋਂ ਸੈਪਰੇਟ ਹੋ ਕੇ ਆ ਜਾਂਦੇ ਤਾਂ ਉਹ ਅਨਫੋਰਚੂਨੇਟਲੀ ਜੇ ਉਹ ਡੈਲਟਾ ਵੇਰੀਐਂਟ ਲੈ ਕੇ ਆ ਗਏ ਉਹ ਨਹੀਂ ਹੋਰ ਪਾਸੇ ਸਪਰੈਡ ਕਰ ਦੇਣਾ। ਜੇ ਉਹਨੇ ਕਿਹਾ ਅਸੀਂ ਘਰ ਰਹਿਣਾ ਸੀ 14 ਦਿਨ ਤਾਂ ਉਹ ਨਹੀਂ ਉੱਥੇ ਇਨਫੈਕਟ ਕਰ ਸਕਦੇ। ਜਦੋਂ ਉਹਨੇ ਪਲੇਨ ਦੇ ਵਿੱਚ ਆਉਣਾ ਤਾਂ ਜਿਹੜੇ ਫਲਾਈਟ ਅਟੈਂਡੈਂਟ ਆ, ਜਿਹੜੇ ਸਟੂਅਰਡੈਸ ਹੈਗੇ ਆ, ਜਦੋਂ ਏਅਰਪੋਰਟ ਦੇ CBSA ਆਫਿਸਰ ਆ, ਜਿਹੜੇ ਜੈਨੇਟਰ ਉੱਤੇ ਕੰਮ ਕਰਦੇ, ਸਾਰਿਆਂ ਨੂੰ ਉਹ ਅਫੈਕਟ ਕਰ ਸਕਦੇ। ਸੋ ਇਸ ਕਰਕੇ ਉਹ ਰਿਸਕ ਬਹੁਤ ਜ਼ਿਆਦਾ ਹੈਗਾ। ਆਸ ਕਰਦੇ ਕਿ ਇੰਡੀਆ ਦਾ ਕੋਵਿਡ ਰੇਟ ਹੁਣ ਡਾਊਨ ਜਾ ਰਿਹਾ। ਹੋਪਫੁਲੀ ਸਾਡੀ ਜਿਹੜੀ ਮੈਡੀਕਲ ਡਾਟਾ ਤੇ ਫੋਰਨ ਅਫੇਅਰਸ ਡਾਟਾ ਦੇਊਗੇ ਉਹਦੇ ਮੁਤਾਬਕ ਮੁੜ ਕੇ ਖੁੱਲ੍ਹ ਆ ਜੂਗੀ, ਪਰ ਜਦੋਂ ਸੇਫ ਹੋਊਗਾ ਉਦੋਂ ਹੀ ਹੋਊਗਾ। ਜੀ ਰਣਦੀਪ ਜੀ, ਆਖਿਰ ਦੇ ਵਿੱਚ ਹੁਣ ਕੀ ਕਹਿਣਾ ਚਾਹੋਗੇ? ਹੁਣ ਤਾਂ ਮਹਿਜ਼ 4 ਦਿਨ ਬਚੇ ਨੇ, 4 ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਖੇਡ ਬਦਲ ਸਕਦੀ ਹੈ। ਹੁਣ ਬਰਾਬਰਤਾ ਦੀ ਅਸੀਂ ਆਲਰੇਡੀ ਸ਼ੋਅ ਦੇ ਵਿੱਚ ਗੱਲ ਕਰ ਚੁੱਕੇ ਹਾਂ, ਕੰਜ਼ਰਵੇਟਿਵ ਤੇ ਲਿਬਰਲ ਦੀ। ਸੋ 4 ਦਿਨਾਂ ਦੇ ਵਿੱਚ ਕੋਈ ਚੇਂਜਸ ਆਉਣ ਦੀ ਉਮੀਦ ਹੈਗੀ ਹੈ? 20 ਤਰੀਕ ਦਾ ਦਿਨ ਕਿਵੇਂ ਦਾ ਦੇਖੇਗੀ ਲਿਬਰਲ? ਸ਼ੋਰ, ਮੇਰਾ ਆਈ ਥਿੰਕ ਇਹੀ ਚੀਜ਼ ਹੈਗੀ ਕਿ ਜਦੋਂ ਤੁਸੀਂ ਵੋਟ ਪਾਉਣੀ ਆ ਤੁਸੀਂ ਇਹ ਚੀਜ਼ ਦੇਖੋ, ਜੇ ਤੁਸੀਂ ਪ੍ਰੋਗਰੈਸਿਵ ਵੋਟ ਆ, ਤੁਸੀਂ ਲੋਕਾਂ ਦੇ ਹੱਕਾਂ ਦੇ ਵਿੱਚ ਵੋਟ ਮੰਗਦੇ ਆ, ਤੁਸੀਂ ਨਸਲਵਾਦੀ ਨੂੰ ਖਤਮ ਕਰਨਾ ਚਾਹੁੰਦੇ ਆ, ਬਰਾਬਰਤਾ ਲਿਆਉਣਾ ਚਾਹੁੰਦੇ ਆ, ਜੇ ਤੁਸੀਂ ਔਰਤਾਂ ਵਾਸਤੇ ਅਸਿਸਟੈਂਸ ਮੰਗਦੇ ਆ, $10 ਦੇ ਚਾਈਲਡ ਕੇਅਰ, ਇਸ ਟਾਈਪ ਆਫ ਪਾਲਿਸੀਆਂ ਮੰਗਦੇ ਆ, ਜੇ ਤੁਸੀਂ ਇਮੀਗ੍ਰੇਸ਼ਨ ਵੱਧ ਮੰਗਦੇ ਫਿਰ ਤੁਸੀਂ ਲਿਬਰਲ ਪਾਰਟੀ ਨੂੰ ਜ਼ਰੂਰ ਪਾਓ। ਜੇ ਤੁਸੀਂ NDP ਨੂੰ ਵੋਟ ਪਾਓਗੇ ਤੁਸੀਂ ਵੇਸਟ ਕਰੋਗੇ, ਤੁਸੀਂ ਐਕਚੁਅਲੀ ਐਰਨ ਓਟੂਲ ਨੂੰ ਜਿਤਾਓਗੇ, ਕੰਜ਼ਰਵੇਟਿਵ ਪਾਰਟੀ ਨੂੰ ਜਿਤਾਓਗੇ। ਜੇ ਤੁਸੀਂ ਫਿਜ਼ੀਕਲ ਰਿਸਪੌਂਸਿਬਿਲਿਟੀ ਦੀ ਗੱਲ ਕਰੀਏ, ਈਵਨ ਜਿਹੜੇ ਲਾਰਜੈਸਟ ਫਿਜ਼ੀਕਲ ਇੰਸਟੀਟਿਊਟਸ ਕੈਨੇਡਾ, ਉਹਨੇ ਵੀ ਲਿਬਰਲ ਗਵਰਨਮੈਂਟ ਨੂੰ ਬੈਸਟ ਰੇਟਿੰਗ ਦਿੱਤੀ ਹੈ ਕਿ ਚਾਰੇ ਮੇਜਰ ਪਾਰਟੀਆਂ ਦੇ ਵਿੱਚੋਂ ਇਹਨਾਂ ਕੋਲ ਬੈਸਟ ਪਲਾਨ ਹੈਗੀ ਹੈ। ਜੇ ਤੁਸੀਂ ਕਲਾਈਮੇਟ ਦੀ ਗੱਲ ਕਰੋ, ਉਹਦੇ ਵਿੱਚ ਵੀ ਗ੍ਰੀਨ ਪਾਰਟੀ ਦੇ ਲੀਡਰ ਐਂਡ ਸਾਈਮਨ ਫਰੇਜ਼ਰ ਦੇ ਇਕੋਨੋਮਿਸਟ ਜਿਹੜੇ, ਉਹਨੇ ਵੀ ਇਹ ਦਿੱਤੀ ਹੈ ਰਿਪੋਰਟ ਕਾਰਡ ਦੇ ਵਿੱਚ ਕਿ ਬੈਸਟ ਜਿਹੜੀ ਕਲਾਈਮੇਟ ਪਲਾਨ ਵੀ ਹੈਗੀ ਆ ਉਹ ਵੀ ਲਿਬਰਲ ਪਾਰਟੀ ਕੋਲ ਹੈਗੀ ਆ। ਜੇ ਤੁਸੀਂ ਦੇਖੋ ਪਾਵਰਟੀ ਨੂੰ ਰਿਡਕਸ਼ਨ ਲਈ ਉਹਦੇ ਨੰਬਰ ਸਪੀਕ ਕਰਦੇ, ਉਹ ਵੀ ਲਿਬਰਲ ਪਾਰਟੀ ਨੇ 1.3 ਮਿਲੀਅਨ ਲੋਕ 20% ਪਾਵਰਟੀ ਰਿਡਿਊਸ ਕੀਤੀ। ਸੋ ਜੇ ਤੁਸੀਂ ਇਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਆ, ਤੁਸੀਂ ਖੱਬੇ ਸੱਜੇ ਨਾ ਵੋਟ ਪਾਓ, ਤੁਸੀਂ ਲਿਬਰਲ ਨੂੰ ਵੋਟ ਪਾ ਕੇ ਆਪਣੇ ਲਿਬਰਲ ਉਮੀਦਵਾਰਾਂ ਨੂੰ ਜਿਤਾਓ ਤਾਂ ਕਿ ਸਟਰੋਂਗ ਮੈਜੋਰਟੀ ਹੋਵੇ, ਇਸ ਕੰਟਰੀ ਨੂੰ ਚੰਗੇ ਪੈਥ ਦੇ ਉੱਤੇ ਲਿਆ ਕੇ, ਤਰੱਕੀ ਵਾਲੇ ਰਾਹ ਦੇ ਵਿੱਚ ਪਾ ਕੇ, ਸੁਰੱਖਿਅਤ ਵਾਲੇ ਰਾਹ ਦੇ ਵਿੱਚ ਪਾ ਕੇ ਤੁਸੀਂ ਲਿਆਓ। ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਕਿ ਵੋਟਿੰਗ ਵਾਲੇ ਡੇ 'ਤੇ ਮੰਡੇ ਜ਼ਰੂਰ ਵੋਟ ਪਾਓ ਔਰ ਲਿਬਰਲ ਪਾਰਟੀ ਦੇ ਜਿੰਨੇ ਵੀ ਤੁਹਾਡੇ ਉਮੀਦਵਾਰ ਹੈਗੇ ਉਹਨਾਂ ਨੂੰ ਵੋਟ ਪਾਓ। ਸੋ ਰਣਦੀਪ ਜੀ, ਥੈਂਕ ਯੂ ਸੋ ਮਚ। ਸ਼ੋਅ ਦੇ ਵਿੱਚ ਤੁਸੀਂ ਆਏ, ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ 20 ਤਰੀਕ ਤੋਂ ਬਾਅਦ ਵੀ ਸ਼ੋਅ 'ਚ ਤੁਹਾਨੂੰ ਆਉਣਾ ਪੈਣਾ। ਜੋ ਵੀ ਰਿਜ਼ਲਟ ਆਇਆ ਤੁਸੀਂ ਇੱਥੇ ਸਾਡੇ ਨਾਲ ਮੌਜੂਦ ਹੋਵੋਗੇ ਕਿਉਂਕਿ ਉਦੋਂ ਵੀ ਬਹੁਤ ਸਾਰੀ ਤੁਹਾਡੇ ਨਾਲ ਗੱਲਾਂ ਕਰਨੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਸ਼ੈਰੀ ਜੀ, ਥੈਂਕ ਯੂ ਤੁਹਾਡੇ ਚੈਨਲ ਪੰਜਾਬੀ ਦਾ ਜੀ। ਸੋ ਰਣਦੀਪ ਸਰਾਏ ਜੀ ਨਾਲ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਤੇ ਕੱਲ ਮਾਰਨਿੰਗ ਸ਼ੋਅ ਦੇ ਵਿੱਚ ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜਨਗੇ ਕਿਉਂਕਿ ਉਹਨਾਂ ਦੀ ਰਾਈਡਿੰਗ ਦੇ ਵਿੱਚ ਵੀ ਕਾਫੀ ਕੁਝ ਚੱਲ ਰਿਹਾ। ਐਲਬਰਟਾ ਹੋ ਕੇ ਆਏ ਨੇ ਸੁਖ ਧਾਲੀਵਾਲ ਜੀ, ਉੱਥੇ ਕੀ ਕੁਝ ਉਹਨਾਂ ਨੂੰ ਹੁੰਗਾਰਾ ਮਿਲਿਆ ਲੋਕਾਂ ਦੇ ਵੱਲੋਂ, ਕੀ ਐਲਬਰਟੀਅਨਸ ਜਿਹੜੇ ਨੇ ਮੂਡ ਉਹਨਾਂ ਦਾ ਚੱਲ ਰਿਹਾ, ਇਸ ਸੰਬੰਧੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਫਿਲਹਾਲ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।